ਆਪ ਜੀ ਨੂੰ ਸਰਵਣ ਕਰਵਾ ਰਹੇ ਨੇ ਪੰਥ ਪ੍ਰਸਿੱਧ ਵਿਦਵਾਨ ਅਤੀ ਸਤਿਕਾਰ ਤੇ ਸਨਮਾਨਯੋਗ ਗਿਆਨੀ ਹਰਪਾਲ ਸਿੰਘ ਜੀ। ਆਓ ਇਕੱਠੇ ਹੋ ਕੇ ਇੱਕ ਥਾਂ ਤੇ ਬੈਠ ਕੇ ਟਿਕ ਕੇ ਸ਼ਬਦ ਦਾ ਆਨੰਦ ਮਾਣਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ ਹਾਜ਼ਰਾ ਹਜ਼ੂਰ ਜਹਰਾ ਜਹੂਰ ਚਬਰ ਤਖਤ ਦੇ ਮਾਲਿਕ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀ, ਗੁਰ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਇਹਨਾਂ ਦਿਨਾਂ ਦੇ ਵਿੱਚ ਅਸੀਂ ਸਫਰੇ ਸ਼ਹਾਦਤ ਮਨਾ ਰਹੇ ਹਾਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਇਹਨਾਂ 7 ਦਿਨਾਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਪੋਹ ਦੀਆਂ 7 ਕਾਲੀਆਂ ਰਾਤਾਂ ਕਹਿ ਕੇ ਯਾਦ ਕਰਦੇ ਹਾਂ, ਇਹਨਾਂ ਦਿਹਾੜਿਆਂ ਦੇ ਵਿੱਚ ਸ਼ਹਾਦਤਾਂ ਹੋਈਆਂ ਨੇ। ਇਹਨਾਂ ਸ਼ਹਾਦਤਾਂ ਨੂੰ ਸਾਰਾ ਪੰਥ ਬੜੇ ਸਤਿਕਾਰ ਦੇ ਨਾਲ ਯਾਦ ਕਰਦਾ ਹੈ। ਛੋਟੇ ਛੋਟੇ ਉਮਰ ਦੇ ਵਿੱਚ ਅਜਿਹੀਆਂ ਸ਼ਹਾਦਤਾਂ ਜਿਨ੍ਹਾਂ ਦਾ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਹੋਰ ਐਗਜ਼ੈਂਪਲ ਸਾਨੂੰ ਨਾ ਮਿਲਦਾ ਨਾ ਕਿਤੇ ਮਿਲੇਗਾ, ਇਹਨਾਂ ਸ਼ਹਾਦਤਾਂ ਨੂੰ ਆਪਾਂ ਯਾਦ ਕਰ ਰਹੇ ਹਾਂ। अब पिछले कुछ ਸਮਿਆਂ ਦੇ ਵਿੱਚ ਅਸਾਂ ਸਾਰਿਆਂ ਨੇ ਦੇਖਿਆ ਹੈ ਕਰੋਨਾ ਦੀ ਬਿਮਾਰੀ ਬੜੀ ਭਿਆਨਕ ਤੌਰ ਤੇ ਸਾਰੀ ਦੁਨੀਆ ਵਿੱਚ ਫੈਲੀ। ਬੜੀਆਂ ਸਾਰੀਆਂ ਮੌਤਾਂ ਹੋਈਆਂ, ਇੱਕ ਇੱਕ ਘਰ ਵਿੱਚ 2-2 4-4 ਮੌਤਾਂ ਵੀ ਹੋਈਆਂ। ਤੇ ਆਮ ਤੌਰ ਤੇ ਅਸੀਂ ਇਹ ਗੱਲਾਂ ਕਹੀਆਂ ਵੀ ਤੇ ਸੁਣੀਆਂ ਵੀ ਐਸਾ ਪਹਿਲਾਂ ਕਦੇ ਦੇਖਿਆ ਨਹੀਂ। ਆਮ ਤੌਰ ਤੇ ਅਸੀਂ ਇਹ ਗੱਲਾਂ ਕੀਤੀਆਂ ਵੀ ਇੱਕ ਇੱਕ ਘਰ ਦੇ ਵਿੱਚ ਇਸ ਤਰ੍ਹਾਂ ਮੌਤਾਂ, ਕਿਤੇ ਕੋਈ ਐਕਸੀਡੈਂਟ ਹੋ ਜਾਵੇ ਤੇ ਭਾਵੇਂ ਕਿਤੇ ਕੋਈ ਭਾਣਾ ਵਾਪਰ ਜਾਏ ਐਸਾ। ਪਰ ਅਜਿਹਾ ਸਮਾਂ ਆਇਆ, ਅਸੀਂ ਉਸ ਨੂੰ ਇਸ ਤਰੀਕੇ ਨਾਲ ਯਾਦ ਕੀਤਾ ਔਰ ਆਉਂਦਿਆਂ ਸਮੇਂ ਵਿੱਚ ਵੀ ਕਰਾਂਗੇ। ਪਰ ਜਦੋਂ ਆਪਾਂ ਆਪਣਾ ਇਤਿਹਾਸ ਪੜ੍ਹਦੇ ਹਾਂ ਤਾਂ ਅਜਿਹਾ ਸਾਡੇ ਇਤਿਹਾਸ ਵਿੱਚ ਇੱਕ ਵਾਰ ਨਹੀਂ ਬਹੁਤ ਵਾਰ ਵਾਪਰਿਆ ਹੈ। ਇਹਨਾਂ 7 ਕਾਲੀਆਂ ਰਾਤਾਂ ਦੇ ਵਿੱਚ, ਇਹਨਾਂ 7 ਦਿਨਾਂ ਦੇ ਵਿੱਚ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਸ਼ਹਾਦਤ ਪ੍ਰਾਪਤ ਕਰ ਗਿਆ। 4 ਸਪੁੱਤਰ ਜਿਨ੍ਹਾਂ ਨੂੰ ਆਪਾਂ 4 ਸਾਹਿਬਜ਼ਾਦੇ ਕਹਿ ਕੇ ਰੋਜ਼ਾਨਾ ਅਰਦਾਸ ਵਿੱਚ ਯਾਦ ਕਰਦੇ ਹਾਂ। ਹੁਣ ਇੱਥੇ ਨਾ ਇੱਕ ਗੱਲ ਹੋਰ ਕਈ ਵਾਰ ਬੱਚਿਆਂ ਦੇ ਮਨ ਵਿੱਚ ਸਵਾਲ ਆਉਂਦਾ ਹੈ ਕਿ ਬਾਕੀ ਗੁਰੂ ਸਾਹਿਬਾਨ ਦੇ ਵੀ ਸਾਹਿਬਜ਼ਾਦੇ ਸਨ, ਉਹਨਾਂ ਨੂੰ ਅਰਦਾਸ ਵਿੱਚ ਯਾਦ ਕਿਉਂ ਨਹੀਂ ਕੀਤਾ ਜਾਂਦਾ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੀ 2 ਸਪੁੱਤਰ ਸਨ। ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਦੇ 2 ਸਪੁੱਤਰ 2 ਸਪੁੱਤਰੀਆਂ ਸਨ। ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ 2 ਸਪੁੱਤਰ 2 ਸਪੁੱਤਰੀਆਂ ਸਨ। ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਸਾਹਿਬਜ਼ਾਦੇ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ 1 ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ, ਜਿਹੜੇ ਬਾਅਦ ਵਿੱਚ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ 5 ਸਾਹਿਬਜ਼ਾਦੇ ਸਨ, ਜਿਨ੍ਹਾਂ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ, ਜਿਨ੍ਹਾਂ ਦੇ ਅਸਥਾਨ ਤੇ ਆਪਾਂ ਅੱਜ ਬੈਠ ਕੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵੀ 1 ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,
ਤੇ ਕੇਵਲ 4 ਸਾਹਿਬਜ਼ਾਦਿਆਂ ਨੂੰ ਆਪਾਂ ਅਰਦਾਸ ਵਿੱਚ ਕਿਉਂ ਯਾਦ ਕਰਦੇ ਹਾਂ? ਉਹਨਾਂ ਨੂੰ ਇਸ ਕਰਕੇ ਯਾਦ ਨਹੀਂ ਕੀਤਾ ਜਾਂਦਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੁਪੁੱਤਰ ਨੇ। ਉਹਨਾਂ ਨੂੰ ਇਸ ਕਰਕੇ ਯਾਦ ਕੀਤਾ ਜਾਂਦਾ ਕਿ ਉਹਨਾਂ ਨੇ ਇਹ ਸ਼ਹਾਦਤਾਂ ਦਿੱਤੀਆਂ ਨੇ, ਉਹਨਾਂ ਨੇ ਸਾਡੀ ਕੌਮ ਲਈ ਇਹ ਪੂਰਨੇ ਪਾਏ ਨੇ। ਅੱਜ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਸ਼ਹਾਦਤਾਂ ਕਰਕੇ ਯਾਦ ਕਰਦੇ ਹਾਂ। ਨਿੱਕੀਆਂ ਜਿੰਦਾਂ, ਵੱਡੇ ਸਾਕੇ। ਆਪਾਂ ਹੁਣੇ ਗੱਲ ਕਰ ਰਹੇ ਸੀ ਕਿ ਸੋਚਦੇ ਹਾਂ ਵੀ ਕਿਤੇ ਇਹ ਜੋ ਕੁਝ ਵਾਪਰਿਆ ਕਰੋਨਾ ਦੇ ਦਿਨਾਂ 'ਚ ਪਹਿਲਾਂ ਕਦੇ ਨਹੀਂ ਵਾਪਰਿਆ। ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਪੜ੍ਹਿਆ ਉਹਨਾਂ ਨੂੰ ਪਤਾ ਹੈ ਕਿ ਇਹ ਸਾਡੇ ਇਤਿਹਾਸ ਵਿੱਚ ਇੱਕ ਵਾਰ ਨਹੀਂ, ਬਹੁਤ ਵਾਰ ਵਾਪਰਿਆ। ਜਦੋਂ ਆਪਾਂ ਚਮਕੌਰ ਦੀ ਜੰਗ ਦੀ ਗੱਲ ਕਰਦੇ ਹਾਂ, ਜਿੱਥੇ 2 ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ 18 ਤੇ 14 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਦਾ ਜੰਮ ਪੀਂਦੇ ਨੇ। 3 ਪਿਆਰੇ ਸਾਹਿਬਾਨ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਅਤੇ 40 ਹੋਰ ਸਿੰਘ ਉੱਥੇ ਸ਼ਹਾਦਤ ਦਾ ਜੰਮ ਪੀਂਦੇ ਨੇ। ਉਹਨਾਂ ਦਾ ਵੀ ਕਿਤੇ ਕੋਈ ਸੰਸਕਾਰ ਜਿਵੇਂ ਆਪਾਂ ਕਹੀਏ ਵੀ ਜਿਵੇਂ ਹੁੰਦਾ ਮਰਿਆਦਾ ਨਾਲ ਨਹੀਂ ਹੋ ਪਾਇਆ। ਜੋ ਅਸੀਂ ਘਰ ਦੇ ਵਿੱਚ ਕਿਸੇ ਦੀ ਮੌਤ ਹੋ ਜਾਵੇ, ਜਿਸ ਤਰੀਕੇ ਨਾਲ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਸੰਸਕਾਰ ਕਰਦੇ ਆ, ਉਸ ਤਰੀਕੇ ਨਾਲ ਨਹੀਂ ਹੋ ਪਾਇਆ। ਜਿਵੇਂ ਅਸੀਂ ਕਹਿੰਦੇ ਆ ਵੀ ਕਰੋਨਾ ਦੇ ਵਿੱਚ ਕੁਝ ਨਹੀਂ ਹੋ ਪਾਇਆ। ਜਦੋਂ ਅਸੀਂ ਚਮਕੌਰ ਸਾਹਿਬ ਦੀ ਜੰਗ ਦਾ ਇਤਿਹਾਸ ਪੜ੍ਹਦੇ ਹਾਂ, ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਪੰਥ ਖਾਲਸੇ ਦੇ ਹੁਕਮ ਦੇ ਨਾਲ 10ਮ ਪਾਤਸ਼ਾਹ ਉੱਥੋਂ ਨਿਕਲ ਗਏ ਨੇ ਔਰ ਬਕਾਇਦਾ ਤਾੜੀ ਮਾਰ ਕੇ ਕਹਿ ਕੇ ਗਏ ਨੇ। ਪਾਤਸ਼ਾਹ ਆਪ ਮਾਛੀਵਾੜੇ ਪਹੁੰਚ ਗਏ ਨੇ। ਪਿੱਛੋਂ ਬੀਬੀ ਸ਼ਰਨ ਕੌਰ ਜੀ ਜੋ ਚਮਕੌਰ ਸਾਹਿਬ ਦੇ ਨੇੜੇ ਪਿੰਡ ਰਾਏਪੁਰ ਦੇ ਰਹਿਣ ਵਾਲੇ ਨੇ, ਉਹਨਾਂ ਨੇ ਆ ਕੇ ਜਿਹੜੇ ਉੱਥੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਸੰਸਕਾਰ ਕਰਨ ਦਾ ਉਪਰਾਲਾ ਕੀਤਾ। ਥੋੜੇ ਜਿਹੇ ਸਿੰਘਾਂ ਦਾ ਸੰਸਕਾਰ ਉਹ ਕਰ ਪਾਏ। ਉਹ ਜਦੋਂ ਮੁਗਲ ਫੌਜੀਆਂ ਨੇ ਦੇਖਿਆ ਉੱਥੇ, ਉਹਨਾਂ ਨੇ ਜਦੋਂ ਉਹਨਾਂ ਨੂੰ ਅਗਨ ਭੇਟ ਕੀਤਾ ਤੇ ਉਹਨਾਂ ਨੇ ਬੀਬੀ ਸ਼ਰਨ ਕੌਰ ਨੂੰ ਵੀ ਉਸ ਅੱਗ ਦੇ ਵਿੱਚ ਸੁੱਟ ਦਿੱਤਾ। ਬੀਬੀ ਸ਼ਰਨ ਕੌਰ ਆਪ ਵੀ ਉਹਨਾਂ ਦਾ ਸੰਸਕਾਰ ਕਰਦਿਆਂ ਕਰਦਿਆਂ ਸ਼ਹਾਦਤ ਦਾ ਜੰਮ ਪੀ ਗਈ। ਉਸ ਤੋਂ ਬਾਅਦ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, 2 ਭਰਾ ਨੇ ਭਾਈ ਰਾਮਾ ਜੀ ਤੇ ਭਾਈ ਤਿਲੋਕਾ ਜੀ, ਉਹ ਉੱਥੇ ਪੁੱਜੇ ਨੇ। ਉਹਨਾਂ ਨੂੰ ਇਸ ਸਾਰੀ ਗਾਥਾ ਦਾ ਪਤਾ ਲੱਗ ਗਿਆ ਵੀ ਇੱਥੇ ਬੜੀ ਵੱਡੀ ਜੰਗ ਹੋਈ ਹੈ ਔਰ ਸ਼ਹਾਦਤਾਂ ਸਿੱਖਾਂ ਨੇ ਪ੍ਰਾਪਤ ਕੀਤੀਆਂ ਨੇ। ਗੁਰੂ ਸਾਹਿਬ ਇੱਥੋਂ ਜਾ ਚੁੱਕੇ ਨੇ। ਹੁਣ ਉਹਨਾਂ ਨੂੰ ਇਹ ਵੀ ਜਦੋਂ ਉਹਨਾਂ ਨੇ ਵੇਖਿਆ ਕਿ ਕੁਝ ਸਿੰਘਾਂ ਦੀਆਂ ਲਾਸ਼ਾਂ ਅਜੇ ਵੀ ਉੱਥੇ ਮੈਦਾਨੇ ਜੰਗ ਵਿੱਚ ਬਿਖਰੀਆਂ ਪਈਆਂ ਨੇ, ਕੁਝ ਸਿੰਘਾਂ ਦੀਆਂ ਲਾਸ਼ਾਂ ਦਾ ਸੰਸਕਾਰ ਹੋਇਆ ਹੈ। ਇੱਕ ਅੱਧ ਜਲੀ ਲਾਸ਼ ਬੀਬੀ ਸ਼ਰਨ ਕੌਰ ਦੀ ਵੀ ਉਹਨਾਂ ਨੂੰ ਮਿਲਦੀ ਹੈ। ਹੁਣ ਉਹਨਾਂ ਨੂੰ ਪਤਾ ਕਿ ਜੇ ਅਸੀਂ ਵੀ ਕਿਤੇ ਐਸਾ ਕੁਝ ਕਰਾਂਗੇ ਤਾਂ ਇਹ ਜਿਹੜੇ ਮੁਗਲ ਫੌਜ ਲੱਖਾਂ ਦੀ ਗਿਣਤੀ ਵਿੱਚ ਬੈਠੀ ਹੈ, ਇਹ ਪਹਾੜੀ ਰਾਜਿਆਂ ਦੀ ਜਿਹੜੀ ਫੌਜ ਬੈਠੀ ਹੈ, ਇਹ ਸਾਨੂੰ ਵੀ ਐਸਾ ਕੁਝ ਨਹੀਂ ਕਰਨ ਦੇਣਗੇ। ਉਹਨਾਂ ਨੇ ਆਪਣਾ ਭੇਸ ਵਟਾ ਲਿਆ, ਆਪਣੇ ਕੱਪੜਿਆਂ ਨੂੰ ਪਾੜ ਲਿਆ, ਆਪਣੇ ਕੇਸਾਂ ਨੂੰ ਖਿਲਾਰ ਲਿਆ ਤੇ ਇਸ ਤਰੀਕੇ ਨਾਲ ਉਹ ਉੱਥੇ ਆ ਜਾ ਰਹੇ ਨੇ ਜਿਵੇਂ ਇੱਕ ਪਾਗਲ ਵਿਅਕਤੀ ਹੁੰਦਾ ਜਿਹਨੂੰ ਕੁਝ ਪਤਾ ਹੀ ਨਹੀਂ ਹੈ। ਹੁਣ ਉਹ ਫੌਜੀ ਵੀ ਉਹਨਾਂ ਨੂੰ ਪਾਗਲ ਸਮਝ ਕੇ ਤੇ ਉਹਨਾਂ ਨੂੰ ਇਗਨੋਰ ਕਰੀ ਜਾਂਦੇ ਨੇ, ਉਹਨਾਂ ਵੱਲ ਧਿਆਨ ਨਹੀਂ ਦਿੰਦੇ। ਜਦੋਂ ਰਾਤ ਹੁੰਦੀ ਹੈ, ਉਹ ਆਪਣੇ ਉਸ ਕੰਮ ਦੇ ਲਈ ਜਿਸ ਨੂੰ ਕਰਨ ਵਾਸਤੇ ਉਹ ਉੱਥੇ ਆਏ ਨੇ, ਉਹ ਸਿੰਘਾਂ ਦੀਆਂ ਲਾਸ਼ਾਂ ਨੂੰ ਪਹਿਚਾਨ ਕੇ, ਕਿਉਂਕਿ ਆਪਾਂ ਇਹ ਗੱਲ ਜਾਣਦੇ ਹਾਂ ਸਿੰਘ ਆਪਣੇ ਪਹਿਰਾਵੇ ਤੋਂ ਪਹਿਚਾਨਿਆ ਜਾਂਦਾ। ਹੱਥਾਂ ਵਿੱਚ ਕੜਾ ਪਿਆ ਹੋਇਆ ਹੈ, ਤੇੜ ਕਸ਼ਹਿਰਾ ਪਾਇਆ ਹੋਇਆ ਹੈ, ਉਹ ਉਸ ਤੋਂ ਪਹਿਚਾਨ ਕੇ ਬਾਕੀ ਜਿਹੜੀਆਂ ਸਿੰਘਾਂ ਦੀਆਂ ਲਾਸ਼ਾਂ ਨੇ ਉਹਨਾਂ ਨੂੰ ਇਕੱਠਾ ਕਰਦੇ ਨੇ। ਉਹਨਾਂ ਨੂੰ ਇਕੱਠਾ ਕਰਕੇ ਫਿਰ ਉਹਨਾਂ ਦਾ ਸੰਸਕਾਰ ਕਰਦੇ ਨੇ ਤੇ ਫਿਰ ਉੱਥੋਂ ਨਿਕਲਦੇ ਨੇ। ਫਿਰ ਦੂਸਰੇ ਦਿਨ ਉਹ ਉਹਨਾਂ ਸਾਰਿਆਂ ਸਿੰਘਾਂ ਦੀਆਂ ਅਸਥੀਆਂ ਨੂੰ ਇਕੱਠਾ ਕਰਕੇ ਉੱਥੇ ਧਰਤੀ ਵਿੱਚ ਹੀ ਉੱਥੇ ਦਬਾ ਦਿੰਦੇ ਨੇ। ਉੱਥੇ ਹੀ ਦਬਾ ਦਿੰਦੇ ਨੇ ਉਸ ਸਥਾਨ ਤੇ ਜਿੱਥੇ ਅੱਜ ਅਸੀਂ ਜਿਨ੍ਹਾਂ ਨੇ ਚਮਕੌਰ ਸਾਹਿਬ ਦੇ ਦਰਸ਼ਨ ਕੀਤੇ ਨੇ, ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ 10ਮ ਪਾਤਸ਼ਾਹ ਦੇ ਹੁਕਮ ਦੇ ਨਾਲ ਪੰਜਾਬ ਦੇ ਵਿੱਚ ਵਜ਼ੀਰ ਖਾਨ ਦੇ ਜ਼ੁਲਮ ਨੂੰ ਖਤਮ ਕਰਨ ਲਈ ਆਏ, ਬਾਬਾ ਬੰਦਾ ਸਿੰਘ ਬਹਾਦਰ ਚਮਕੌਰ ਸਾਹਿਬ ਵੀ ਗਏ। ਉਹਨਾਂ ਦੇ ਨਾਲ ਉਹਨਾਂ ਦੋਨਾਂ ਭਰਾਵਾਂ ਵਿੱਚੋਂ ਇੱਕ ਭਾਈ ਰਾਮਾ ਜੀ ਵੀ ਸਨ, ਦੂਸਰੇ ਉਸ ਵਕਤ ਤੱਕ ਚੜ੍ਹਾਈ ਕਰ ਗਏ ਸਨ। ਉਹਨਾਂ ਨੇ ਦੱਸਿਆ ਵੀ ਇੱਥੇ ਇਹਨਾਂ ਸਿੰਘਾਂ ਦੀਆਂ ਅਸਥੀਆਂ ਦਬਾਈਆਂ ਨੇ। ਉੱਥੇ ਉਹਨਾਂ ਸਿੰਘਾਂ ਦੀ ਯਾਦਗਾਰ ਲਈ ਇੱਕ ਥੜਾ ਬਣਾ ਦਿੱਤਾ ਗਿਆ, ਇੱਕ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ
ਉੱਥੇ ਗੁਰਦੁਆਰਾ ਸਾਹਿਬ ਕੰਮ ਕਰਨ ਦੇ ਲਈ। ਪਰ ਜਦੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਬਾਅਦ ਫਿਰ ਦੌਰ ਐਸਾ ਆਇਆ, ਉਹ ਥੜਾ ਵੀ ਤੋੜ ਦਿੱਤਾ ਗਿਆ, ਉਹ ਨਿਸ਼ਾਨ ਸਾਹਿਬ ਵੀ ਉਤਾਰ ਦਿੱਤਾ ਗਿਆ। ਉੱਥੇ ਗੁਰਦੁਆਰਾ ਸਾਹਿਬ ਦੀ ਕੋਈ ਨਿਸ਼ਾਨੀ ਨਹੀਂ ਹੈ। ਬੜੇ ਲੰਮੇ ਸਮੇਂ ਬਾਅਦ ਸਿੰਘਪੁਰੀਆ ਮਿਸਰ ਦੇ ਭਾਈ ਹਰਦਿਆਲ ਸਿੰਘ ਜੀ, ਜੋ ਬੇਲਾ ਦੇ ਰਹਿਣ ਵਾਲੇ ਨੇ, ਉਹ ਉੱਥੇ ਰੋਜ਼ਾਨਾ ਆਉਂਦੇ ਨੇ। ਉਹਨਾਂ ਦੇ ਮਨ ਵਿੱਚ, ਆਪਾਂ ਇਤਿਹਾਸ ਪੜ੍ਹਦੇ ਹਾਂ, ਜਦੋਂ ਉਹ ਹਜੂਰ ਸਾਹਿਬ ਦਰਸ਼ਨ ਕਰਨ ਗਏ ਨੇ ਪਾਤਸ਼ਾਹ ਦੇ ਅਸਥਾਨ ਦੇ, ਤੇ ਉਹਨਾਂ ਨੂੰ ਉੱਥੇ ਇੱਕ ਸੁਪਨਾ ਆਇਆ। ਉੱਥੇ ਉਹਨਾਂ ਨੂੰ ਸੁਪਨੇ ਦੇ ਵਿੱਚ ਪਾਤਸ਼ਾਹ ਨੇ ਕਿਹਾ ਕਿ ਉੱਥੇ ਜਾ ਕੇ ਸੇਵਾ ਕਰੋ, ਉੱਥੇ ਜਾ ਕੇ ਜਿਹੜੀ ਸੇਵਾ ਕਰਨ ਵਾਲੀ ਉਸ ਸੇਵਾ ਨੂੰ ਕਰੋ, ਗੁਰਦੁਆਰਾ ਸਾਹਿਬ ਬਣਾਓ। ਹੁਣ ਉਹ ਭਾਈ ਹਰਦਿਆਲ ਸਿੰਘ ਜੀ ਉੱਥੇ ਆਉਂਦੇ ਨੇ। ਹੁਣ ਬੜੀ ਖੋਜ ਕਰਦੇ ਨੇ ਵੀ ਉਹ ਪਤਾ ਲੱਗੇ ਵੀ ਉਹ ਸਥਾਨ ਕਿਹੜਾ ਹੈ। ਉੱਥੇ ਜਿਹੜੇ ਬਜ਼ੁਰਗ ਨੇ ਉਹਨਾਂ ਕੋਲੋਂ ਪੁੱਛ ਕੇ ਆਪਣੇ ਸੇਵਾਦਾਰਾਂ ਕੋਲੋਂ ਮਿੱਟੀ ਪਟਵਾਉਂਦੇ ਨੇ, ਪਰ ਕਾਮਯਾਬੀ ਨਹੀਂ ਹੁੰਦੀ। ਫਿਰ ਇੱਧਰ ਉੱਧਰ ਕਰਦੇ 2-4-5 ਦਿਨ ਦੇ ਬਾਅਦ ਉਹਨਾਂ ਨੂੰ ਉਹ ਅਸਥੀਆਂ ਮਿਲ ਜਾਂਦੀਆਂ ਨੇ। ਫਿਰ ਉਸੇ ਸਥਾਨ ਤੇ ਭਾਈ ਹਰਦਿਆਲ ਸਿੰਘ ਜੀ ਗੁਰਦੁਆਰਾ ਸਾਹਿਬ ਦੀ ਉਸਾਰੀ ਆਰੰਭ ਕਰਵਾਉਂਦੇ ਨੇ। ਲਗਭਗ 2 ਸਾਲ ਦਾ ਸਮਾਂ ਲੱਗਦਾ ਹੈ। ਭਾਈ ਹਰਦਿਆਲ ਸਿੰਘ ਜੀ ਤੇ ਸੰਗਤਾਂ ਮਿਲ ਕੇ ਉਸ ਗੁਰਦੁਆਰੇ ਦੀ ਸੇਵਾ ਸੰਭਾਲ ਕਰਦੇ ਨੇ। ਉੱਥੇ ਦੀ ਪੂਰੀ ਬਿਲਡਿੰਗ ਬਣ ਜਾਂਦੀ ਹੈ। ਔਰ ਇੱਕ ਗੱਲ ਜਿਹੜੀ ਇਤਿਹਾਸ ਵਿੱਚ ਆਪਾਂ ਸੁਣਦੇ ਵੀ ਹਾਂ, ਪੜ੍ਹਦੇ ਵੀ ਹਾਂ, ਕਿ ਜਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਹੋ ਗਈ ਹੈ ਤੇ ਭਾਈ ਹਰਦਿਆਲ ਸਿੰਘ ਤੇ ਉਹਨਾਂ ਦੀ ਸੁਪਤਨੀ, ਉਹਨਾਂ ਨੇ ਗ੍ਰੰਥੀ ਸਿੰਘ ਜੀ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸਾਡੀ ਅਰਦਾਸ ਕਰਨੀ ਹੈ। ਇਹ ਜਿਹੜੀ ਸੇਵਾ ਹੈ ਪਾਤਸ਼ਾਹ ਪ੍ਰਵਾਨ ਕਰਨ। ਜਦੋਂ ਉੱਥੇ ਅਰਦਾਸ ਹੁੰਦੀ, ਸਾਰੀਆਂ ਸੰਗਤਾਂ ਅਰਦਾਸ ਸੁਣਦੀਆਂ ਨੇ, ਤੇ ਗ੍ਰੰਥੀ ਸਿੰਘ ਜਦੋਂ ਅਰਦਾਸ ਦੇ ਅਖੀਰ ਵਿੱਚ ਇਹ ਲਫ਼ਜ਼ ਬੋਲਦੇ ਨੇ ਕਿ ਭਾਈ ਹਰਦਿਆਲ ਸਿੰਘ ਤੇ ਉਹਨਾਂ ਦੀ ਪਤਨੀ ਦੀ ਇੱਛਾ ਹੈ ਕਿ ਪਾਤਸ਼ਾਹ ਸਾਡੇ ਕੋਲ ਕੋਈ ਔਲਾਦ ਨਾ ਹੋਵੇ, ਸਾਨੂੰ ਕੋਈ ਔਲਾਦ ਨਹੀਂ ਚਾਹੀਦੀ। ਅਸੀਂ ਆਮ ਤੌਰ ਤੇ ਦੇਖਦੇ ਹਾਂ, ਅਸੀਂ ਸਾਰੇ ਔਲਾਦ ਮੰਗਣ ਵਾਸਤੇ ਗੁਰੂ ਕੋਲ ਜਾਂਦੇ ਹਾਂ, ਔਲਾਦ ਪ੍ਰਾਪਤ ਕਰਨ ਲਈ ਗੁਰੂ ਅੱਗੇ ਅਰਦਾਸ ਕਰਦੇ ਹਾਂ। ਪਰ ਭਾਈ ਹਰਦਿਆਲ ਸਿੰਘ ਤੇ ਉਹਨਾਂ ਦੀ ਸੁਪਤਨੀ ਇਹ ਅਰਦਾਸ ਕਰ ਰਹੇ ਨੇ ਕਿ ਸਾਡੇ ਘਰ ਕੋਈ ਔਲਾਦ ਨਾ ਹੋਵੇ। ਜਦੋਂ ਬਾਅਦ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹ ਅਰਦਾਸ ਕਿਉਂ ਕਰਵਾਈਏ, ਤਾਂ ਉਹ ਕਹਿੰਦੇ ਨੇ ਕਿ ਜੇ ਔਲਾਦ ਹੋ ਜਾਏਗੀ, ਇਹ ਅਸਥਾਨ ਜਿਹੜਾ ਅਸੀਂ ਬਣਾਇਆ, ਕੱਲ ਨੂੰ ਉਹ ਔਲਾਦ ਕਿਤੇ ਇਹ ਦਾਵਾ ਨਾ ਕਰ ਦੇ ਕਿ ਇਹ ਅਸਥਾਨ ਸਾਡਾ ਹੈ, ਇਹ ਅਸਥਾਨ ਗੁਰੂ ਦਾ ਹੈ, ਇਹ ਅਸਥਾਨ ਸ਼ਹੀਦਾਂ ਦਾ ਹੈ, ਤੇ ਇਹ ਸ਼ਹੀਦਾਂ ਦਾ ਹੀ ਰਹਿਣਾ ਚਾਹੀਦਾ, ਇਹ ਸ਼ਹੀਦਾਂ ਦਾ ਹੀ ਰਹਿਣਾ ਚਾਹੀਦਾ। ਉਹ ਭਾਈ ਹਰਦਿਆਲ ਸਿੰਘ ਜੀ ਦੀ ਸੇਵਾ, ਉਸ ਤੋਂ ਬਾਅਦ ਉੱਥੇ ਹੋਰ ਬੜੀਆਂ ਸੇਵਾਵਾਂ ਉਹਨਾਂ ਦੇ ਪਰਿਵਾਰ ਵੱਲੋਂ, ਉਹਨਾਂ ਵੱਲੋਂ, ਉਹਨਾਂ ਤੋਂ ਬਾਅਦ ਹੋਰ ਗੁਰਸਿੱਖਾਂ ਵੱਲੋਂ ਉੱਥੇ ਦੀਆਂ ਸੇਵਾਵਾਂ ਕੀਤੀਆਂ ਗਈਆਂ। ਅੱਜ ਬਹੁਤ ਵੱਡਾ ਅਸਥਾਨ ਹੈ ਉਹ, ਜਿਸ ਅਸਥਾਨ ਤੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਤੇ ਬਾਕੀ ਗੁਰਸਿੱਖਾਂ ਦਾ ਸੰਸਕਾਰ ਕੀਤਾ ਗਿਆ। ਗੁਰਦੁਆਰਾ ਕਤਲਗੜ੍ਹ ਸਾਹਿਬ, ਜਿਹੜੇ ਵੀ ਤੁਹਾਡੇ ਵਿੱਚੋਂ ਕਿਸੇ ਨੇ ਦਰਸ਼ਨ ਕੀਤੇ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਜਾ ਕੇ, ਵੈਸੇ ਸਾਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ। ਜਦੋਂ ਆਪਾਂ ਅੱਲਾ ਯਾਰ ਖਾਂ ਯੋਗੀ ਨੂੰ ਪੜ੍ਹਦੇ ਹਾਂ, ਅੱਲਾ ਯਾਰ ਖਾਂ ਯੋਗੀ ਜਿਸ ਨੇ ਚਮਕੌਰ ਸਾਹਿਬ ਦੀ ਸ਼ਹਾਦਤ ਦੀ ਗਾਥਾ ਤੇ ਸਾਕਾ ਸਰਹੰਦ ਦੀ ਗਾਥਾ ਕਾਵਿ ਰੂਪ ਵਿੱਚ ਬੜੀ ਸੁੰਦਰ ਤਰੀਕੇ ਦੇ ਨਾਲ ਲਿਖੀ ਹੈ। ਤੇ ਜਦੋਂ ਚਮਕੌਰ ਸਾਹਿਬ ਦੀ ਧਰਤੀ ਬਾਰੇ ਅੱਲਾ ਯਾਰ ਖਾਂ ਯੋਗੀ ਕਹਿੰਦੇ ਨੇ, ਬਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ लिए ਕਟਾਏ ਜਹਾਂ ਬੇਟੇ ਬਾਪ ਨੇ ਖੁਦਾ ਕੇ लिए। ਉਹ ਅੱਲਾ ਯਾਰ ਖਾਂ ਜੋਗੀ ਕਹਿੰਦਾ ਕੇਵਲ ਇੱਕੋ ਤੀਰਥ ਹੈ ਚਮਕੌਰ ਸਾਹਿਬ ਦੀ ਧਰਤੀ, ਜਿੱਥੇ ਦਸਮ ਪਾਤਸ਼ਾਹ ਨੇ ਆਪਣੇ ਸਾਹਮਣੇ ਆਪਣੇ ਬੱਚਿਆਂ ਨੂੰ ਸ਼ਹਾਦਤ ਦੇ ਜਾਮ ਪੀਂਦੇ ਹੋਏ ਦੇਖੇ ਹੈ। ਤੇ ਫਿਰ ਉਸ ਤੋਂ ਬਾਅਦ ਕਿਤੇ ਕੋਈ ਸ਼ਿਕਣ ਨਹੀਂ ਹੈ, ਕਿਤੇ ਕੋਈ ਅਫਸੋਸ ਨਹੀਂ ਹੈ, ਪਾਤਸ਼ਾਹ ਜਕਾਰੇ ਛੱਡ ਰਹੇ ਨੇ। ਗੁਰਸਿੱਖਾਂ ਨੇ ਕਿਹਾ ਵੀ ਹੈ ਪਾਤਸ਼ਾਹ ਨੂੰ ਕਿ ਪਾਤਸ਼ਾਹ ਆਪ ਸਾਹਿਬਜ਼ਾਦਿਆਂ ਨੂੰ ਲੈ ਕੇ ਚਲੇ ਜਾਓ, ਤੇ ਪਾਤਸ਼ਾਹ ਕਹਿੰਦੇ ਨੇ ਕਿਹੜੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾਵਾਂ ਤੇ ਕਿਹੜੇ ਸਾਹਿਬਜ਼ਾਦਿਆਂ ਨੂੰ ਛੱਡ ਕੇ ਜਾਵਾਂ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ। ਬਾਅਦ ਵਿੱਚ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਸਾਬੋ ਕੀ ਤਲਵੰਡੀ, ਜਦੋਂ ਮਾਤਾ ਜੀ ਮਿਲਦੇ ਨੇ ਦਸਮ ਪਾਤਸ਼ਾਹ ਨੂੰ, ਉਹ ਪੁੱਛਦੇ ਨੇ ਕਿ ਸਾਹਿਬਜ਼ਾਦੇ ਕਿੱਥੇ ਨੇ, ਤੇ ਪਾਤਸ਼ਾਹ ਕਹਿੰਦੇ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕਿ ਨਹੀਂ,
ਪਾਤਸ਼ਾਹ ਨੇ ਕੁਰਬਾਨੀਆਂ ਜਿਹੜੀਆਂ ਕੀਤੀਆਂ ਨੇ, ਪਾਤਸ਼ਾਹ ਨੇ ਸਾਨੂੰ ਆਪਣੇ ਪੁੱਤਰ ਦੱਸੇ ਹੈ ਕਿ ਪਾਤਸ਼ਾਹ ਕਹਿੰਦੇ ਨੇ ਇਹਨਾਂ ਦੇ ਉੱਤੋਂ ਮੈਂ ਆਪਣੇ 4 ਪੁੱਤਰ ਵਾਰ ਦਿੱਤੇ ਨੇ। ਪਾਤਸ਼ਾਹ ਸਾਨੂੰ ਆਪਣਾ ਪੁੱਤਰ ਕਹਿ ਰਹੇ ਨੇ, ਪਰ ਕੀ ਅੱਜ ਅਸੀਂ ਆਪਣੇ ਆਪ ਨੂੰ ਇਸ ਕਾਬਲ ਸਮਝਦੇ ਹਾਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਪੁੱਤਰ ਕਹਾਉਣ ਦਾ ਹੱਕ ਰੱਖਦੇ ਹਾਂ? ਇਹ ਅਸੀਂ ਆਪਣੇ ਆਪ ਵਿੱਚ ਆਪ ਵੇਖਣਾ। ਉਸ ਤੋਂ ਬਾਅਦ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਛੋਟੇ ਘੱਲੂਘਾਰੇ ਵੇਲੇ ਸਨ 1746 ਦੇ ਵਿੱਚ ਇੱਕੋ ਦਿਨ ਵਿੱਚ 10,000 ਸ਼ਹਾਦਤਾਂ ਹੋਈਆਂ ਨੇ। ਕਿ ਉਸ ਸਨ 1762 ਦੇ ਵਿੱਚ ਵੱਡੇ ਘੱਲੂਘਾਰੇ ਵੇਲੇ ਇੱਕੋ ਦਿਨ ਵਿੱਚ 30,000 ਸ਼ਹਾਦਤਾਂ ਹੋਈਆਂ ਨੇ। ਅੱਧੀ ਕੌਮ ਖਤਮ ਹੋ ਗਈ ਹੈ ਜਦੋਂ ਉੱਥੇ 60,000 ਦੀ ਗਿਣਤੀ ਹੈ ਲਗਭਗ, ਜੋ ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ। ਕਿ ਉੱਥੇ ਵੀ ਕਿਤੇ ਸੰਸਕਾਰ ਕਿਸੇ ਉਸ ਤਰੀਕੇ ਨਾਲ ਹੋਏ ਹੋਣਗੇ? ਇਹ ਤਾਂ ਪੁਰਾਣੀਆਂ ਗੱਲਾਂ ਆਪਾਂ ਕਹਿ ਦਿੰਦੇ ਆ ਜੀ, ਇਹ ਤਾਂ ਬਹੁਤ ਪੁਰਾਣਾ ਹੋ ਗਿਆ। ਪਰ ਅਸੀਂ ਹੁਣ 1984 ਦਾ ਵੇਖ ਲਈਏ, ਉੱਥੇ ਬਲੂ ਸਟਾਰ ਆਪਰੇਸ਼ਨ 'ਚ ਦਰਬਾਰ ਸਾਹਿਬ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸ਼ਹੀਦ ਕਰ ਦਿੱਤੇ ਗਏ, ਤੇ ਉਹਨਾਂ ਦਾ ਸੰਸਕਾਰ ਕਿਸ ਤਰੀਕੇ ਨਾਲ ਹੋਇਆ? ਦਿੱਲੀ ਦੇ ਧਰਤੀ ਤੇ ਹੋਰ ਸ਼ਹਿਰਾਂ ਦੇ ਵਿੱਚ ਨਵੰਬਰ 1984 ਵਿੱਚ ਗਲਾਂ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ। ਕਿ ਉਸ ਵਕਤ ਕਿਸੇ ਦਾ ਸੰਸਕਾਰ ਹੋਇਆ? ਅਸੀਂ ਕੇਵਲ ਕਰੋਨਾ ਦੀ ਗੱਲ ਨੂੰ ਯਾਦ ਕਰਦੇ ਹਾਂ। ਆਪਣੇ ਇਤਿਹਾਸ ਨੂੰ ਪੜ੍ਹੀਏ, ਆਪਣੇ ਇਤਿਹਾਸ ਨੂੰ ਯਾਦ ਕਰੀਏ। ਐਸਾ ਸਮਾਂ ਸਾਡੇ ਇਤਿਹਾਸ ਵਿੱਚ ਸਾਨੂੰ ਬਹੁਤ ਵਾਰੀ ਵੇਖਣ ਨੂੰ ਮਿਲਿਆ। ਜਦੋਂ ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ, ਪਰਿਵਾਰ ਵਿਛੜ ਗਿਆ ਸਰਸਾ ਨਦੀ ਦੇ ਕੰਢੇ ਤੇ। ਛੋਟੇ ਸਾਹਿਬਜ਼ਾਦੇ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਅਲੱਗ ਹੋ ਗਏ ਨੇ ਪਰਿਵਾਰ ਤੋਂ। ਪਹਿਲੀ ਰਾਤ ਕੁੰਮੇ ਮਾਸ਼ਕੀ ਦੇ ਕੋਲ ਰਹੇ ਨੇ। ਉਥੋਂ ਗੰਗੂ ਜੋ ਗੁਰੂ ਘਰ ਦਾ ਸੇਵਕ ਸੀ, ਗੁਰੂ ਘਰ ਦਾ ਰਸੋਈਆ ਸੀ, ਉਹ ਉਥੋਂ ਉਹਨਾਂ ਨੂੰ ਨਾਲ ਲੈ ਗਏ। 2 ਰਾਤਾਂ ਗੰਗੂ ਦੇ ਕੋਲ ਰਹੇ ਨੇ, ਇੱਕ ਰਾਤ ਅਲੱਗ ਜਗ੍ਹਾ ਤੇ ਇੱਕ ਰਾਤ ਉਹਦੇ ਪਿੰਡ ਵਿੱਚ, ਉਹਦੇ ਘਰ ਵਿੱਚ। ਫਿਰ ਗੰਗੂ ਬੇਈਮਾਨ ਹੋ ਗਿਆ। ਆਪਾਂ ਸਾਰੇ ਇਸ ਗਾਥਾ ਨੂੰ ਪੜ੍ਹ ਚੁੱਕੇ ਹਾਂ, ਸੁਣ ਚੁੱਕੇ ਹਾਂ। ਉਹਨੂੰ ਲਾਲਚ ਹੈ ਮਾਤਾ ਜੀ ਕੋਲ ਜੋ ਮੋਹਰਾਂ ਨੇ, ਜੋ ਸੋਨੇ ਦੇ ਗਹਿਣੇ ਨੇ, ਉਹ ਪ੍ਰਾਪਤ ਕਰੇ ਨੇ ਉਹਨੇ। ਉਸ ਨੂੰ ਲਾਲਚ ਆ, ਉਹ ਲਾਲਚੀ ਹੋ ਗਿਆ। ਜਦੋਂ ਮਾਤਾ ਜੀ ਨੇ ਪੁੱਛਿਆ ਤੇ ਰੋਲਾ ਪਾ ਕੇ ਉਸਨੇ ਪੁਲਿਸ ਨੂੰ ਖਬਰ ਕਰ ਦਿੱਤੀ ਹੈ। ਤੇ ਮੁਰੰਡੇ ਦੇ ਜਿਹੜੇ ਕੋਤਵਾਲ ਨੇ, ਜਾਨੀ ਖਾਨ ਤੇ ਮਾਨੀ ਖਾਨ ਦੋਨੋਂ ਭਰਾ ਨੇ, ਉਹ ਆ ਕੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰ ਲੈਂਦੇ ਨੇ। ਇੱਕ ਰਾਤ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਮੁਰਿੰਡੇ ਦੀ ਕੋਤਵਾਲੀ ਵਿੱਚ ਰਹਿੰਦੇ ਨੇ। ਅੱਜ ਜਿਨ੍ਹਾਂ ਨੇ ਉਸ ਕੋਤਵਾਲੀ ਦੇ ਦਰਸ਼ਨ ਕੀਤੇ ਨੇ, ਉਸੇ ਤਰੀਕੇ ਨਾਲ ਉਸ ਕੋਤਵਾਲੀ ਨੂੰ ਸੰਭਾਲ ਕੇ ਰੱਖਿਆ ਹੋਇਆ। ਉਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਭੇਜ ਦਿੱਤਾ ਜਾਂਦਾ ਹੈ। ਉੱਥੇ ਵਜ਼ੀਰ ਖਾਨ ਠੰਡੇ ਬੁਰਜ ਦੇ ਵਿੱਚ ਕੈਦ ਕਰਵਾਉਂਦਾ। ਉਹ ਠੰਡਾ ਬੁਰਜ ਜਿਹੜਾ ਉਸਨੇ ਆਪਣੇ ਗਰਮੀਆਂ ਦੇ ਬੈਠਣ ਲਈ ਜਿਹੜਾ ਇੰਤਜ਼ਾਮ ਕੀਤਾ ਹੈ, ਥੱਲੇ ਪਾਣੀ ਵਗਦਾ ਹੈ। ਗਰਮੀਆਂ ਦੇ ਵਿੱਚ ਵੀ ਉੱਥੇ ਬੜੀ ਠੰਡੀ ਹਵਾ ਹੁੰਦੀ ਹੈ। ਉਹਨਾਂ ਦਿਨਾਂ ਵਿੱਚ ਕੋਈ ਅੱਜ ਵਾਂਗ ਏਸੀ ਜਾਂ ਕੂਲਰ ਦੇ ਇੰਤਜ਼ਾਮ ਨਹੀਂ ਸਨ ਹੁੰਦੇ, ਇਸੇ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾਂਦੇ ਸਨ। ਉਸ ਠੰਡੇ ਬੁਰਜ ਦੇ ਵਿੱਚ ਵਜ਼ੀਰ ਖਾਨ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਕੈਦ ਕਰਦਾ। ਆਪਾਂ ਇਹ ਗੱਲ ਨੂੰ ਮੰਨ ਲਈਏ, ਜੇ ਅੱਜ ਦੇ ਸਮੇਂ ਵਿੱਚ ਸਾਨੂੰ ਕੋਈ ਏਸੀ ਵਾਲੇ ਕਮਰੇ ਵਿੱਚ ਬਿਠਾ ਦੇਵੇ ਤੇ ਫੁੱਲ ਸਪੀਡ ਤੇ ਏਸੀ ਚਲਾ ਦਿੱਤਾ ਜਾਵੇ ਤਾਂ ਕੀ ਪੋਜੀਸ਼ਨ ਹੋਏਗੀ, ਅਸੀਂ ਸਮਝ ਸਕਦੇ ਹਾਂ। ਉਸ ਇਲਾਕੇ ਵਿੱਚ ਜਿੱਥੇ ਦਿੱਲੀ ਨਾਲੋਂ ਅੱਜ ਵੀ ਬਹੁਤ ਜ਼ਿਆਦਾ ਸਰਦੀ ਪੈਂਦੀ ਹੈ, ਉੱਥੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਵਜ਼ੀਰ ਖਾਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਾਹਿਬਜ਼ਾਦਿਆਂ ਨੇ ਬੜੇ ਨਿਤੜਕ ਹੋ ਕੇ, ਬੜਾ ਗੱਜ ਵੱਜ ਕੇ ਉੱਥੇ ਆਪਣੀ ਗੱਲ ਰੱਖੀ ਹੈ, ਗੱਜ ਕੇ ਜਾ ਕੇ ਫਤਿਹ ਬੁਲਾਈ ਹੈ। ਪਰ ਉਸ ਦੀ ਕਿਸੇ ਵੀ ਗੱਲ ਨੂੰ ਪ੍ਰਵਾਨ ਨਹੀਂ ਕੀਤਾ, ਨਾ ਉਸ ਦੇ ਕਿਸੇ ਡਰਾਵੇ ਨੂੰ ਪ੍ਰਵਾਨ ਕੀਤਾ ਹੈ, ਨਾ ਉਸ ਦੇ ਕਿਸੇ ਲਾਲਚ ਤੋਂ ਡਰੇ ਨੇ ਸਾਹਿਬਜ਼ਾਦੇ। ਬੜੇ ਸਾਰੇ ਲਾਲਚ ਦਿੱਤੇ ਗਏ, ਬੜੇ ਤਰੀਕਿਆਂ ਦੇ ਨਾਲ ਡਰਾਇਆ ਗਿਆ। ਇਹ ਵੀ ਕਿਹਾ ਗਿਆ ਕਿ ਤੁਹਾਡਾ ਪਿਤਾ ਵੀ ਖਤਮ ਹੋ ਗਿਆ, ਤੁਹਾਡੇ ਭਰਾ ਵੀ ਖਤਮ ਹੋ ਗਏ ਨੇ। ਪਰ ਸਾਹਿਬਜ਼ਾਦੇ ਕੇਵਲ 7 ਤੇ 9 ਸਾਲ ਦੀ ਉਮਰ ਦੇ ਸਾਹਿਬਜ਼ਾਦੇ ਬਿਲਕੁਲ ਅਡੋਲ ਰਹੇ ਨੇ, ਬਿਲਕੁਲ ਅਡੋਲ ਨੇ। ਇਤਿਹਾਸ ਵਿੱਚ ਆਪਾਂ ਪੜ੍ਹਦੇ ਹਾਂ, ਅੱਜ ਦਾ ਦਿਹਾੜਾ 12 ਪੋਹ ਦਾ ਦਿਹਾੜਾ, 13 ਪੋਹ ਦੀ ਸ਼ਹਾਦਤ ਹੈ ਛੋਟੇ ਸਾਹਿਬਜ਼ਾਦਿਆਂ ਦੀ। ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਨਵਾਬ, ਉਸ ਵਕਤ ਉਸ ਕਚਹਿਰੀ ਵਿੱਚ ਬੈਠਾ ਹੈ। ਉਹਦਾ ਭਰਾ ਨਾਹਰ ਖਾਨ 10ਮ ਪਾਤਸ਼ਾਹ ਦੇ ਹੱਥੋਂ ਮਾਰਿਆ ਗਿਆ ਚਮਕੌਰ ਦੀ ਜੰਗ ਦੇ ਵਿੱਚ।
ਤੇ ਵਜ਼ੀਰ ਖਾਨ ਕਹਿੰਦਾ ਸ਼ੇਰ ਮੁਹੰਮਦ ਖਾਨ ਨੂੰ, ਤੂੰ ਇਹਨਾਂ ਬੱਚਿਆਂ ਨੂੰ ਲੈ ਜਾ ਤੇ ਆਪਣੇ ਭਰਾ ਦਾ ਬਦਲਾ ਲੈ ਲੈ। ਪਰ ਉਹ ਸ਼ੇਰ ਮੁਹੰਮਦ ਖਾਨ ਕਹਿੰਦਾ ਕਿ ਉਹ ਮੈਦਾਨੇ ਜੰਗ ਦੇ ਵਿੱਚ ਹੋਇਆ ਹੈ, ਸਭ ਕੁਝ ਜੋ ਵੀ ਹੋਇਆ ਹੈ, ਮੈਨੂੰ ਵੀ ਜੇ ਕਿਤੇ ਮੌਕਾ ਮਿਲਾਗਾ ਤੇ ਮੈਂ ਮੈਦਾਨੇ ਜੰਗ ਵਿੱਚ ਮੁਕਾਬਲਾ ਕਰਾਂਗਾ। ਇਹਨਾਂ ਬੱਚਿਆਂ ਦਾ ਕੀ ਕਸੂਰ ਹੈ? ਇਹਨਾਂ ਬੱਚਿਆਂ ਕੋਲੋਂ ਮੈਂ ਕੀ ਬਦਲਾ ਲੈਣਾ ਹੈ? ਮੈਂ ਇਹ ਪਾਪ ਨਹੀਂ ਕਰ ਸਕਦਾ। ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ ਨੇ ਸਾਹਿਬਜ਼ਾਦਿਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਔਰ ਇਹ ਗੱਲ ਕਹਿ ਕੇ ਉਸ ਕਚਹਿਰੀ ਚੋਂ ਬਾਹਰ ਚਲਾ ਗਿਆ। ਸਾਡੇ ਵਿੱਚੋਂ ਬਹੁਤੇ ਜਾਣਦੇ ਹੋਣੇ ਨੇ, ਪੰਜਾਬ ਦੇ ਵਿੱਚ ਇੱਕੋ ਇੱਕ ਸ਼ਹਿਰ ਮਲੇਰਕੋਟਲਾ ਹੈ ਜਿੱਥੇ ਇਸਲਾਮ ਨੂੰ ਮੰਨਣ ਵਾਲਿਆਂ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ। ਅੱਜ ਵੀ 1947 ਵਿੱਚ ਜਦੋਂ ਵੰਡ ਹੋਈ ਹਿੰਦੁਸਤਾਨ ਪਾਕਿਸਤਾਨ ਦੀ, ਬਾਕੀ ਇਲਾਕਿਆਂ ਦੇ ਬਾਕੀ ਸ਼ਹਿਰਾਂ ਦੇ ਮੁਸਲਮਾਨ ਛੱਡ ਗਏ, ਪਾਕਿਸਤਾਨ ਨੂੰ ਚਲੇ ਗਏ, ਪਰ ਮਲੇਰਕੋਟਲੇ ਦੇ ਮੁਸਲਮਾਨਾਂ ਨੂੰ ਗੁਰਸਿੱਖਾਂ ਨੇ ਕਿਤੇ ਨਹੀਂ ਜਾਣ ਦਿੱਤਾ। ਉਹਨਾਂ ਦੀ ਪੂਰੀ ਰਖਵਾਲੀ ਦਾ ਭਰੋਸਾ ਦਿੱਤਾ ਕਿਉਂਕਿ ਉਹਨਾਂ ਨੇ ਸਾਹਿਬਜ਼ਾਦਿਆਂ ਲਈ ਹਾਂ ਦਾ ਨਾਰਾ ਮਾਰਿਆ ਸੀ। ਜਿਸ ਨੇ ਵੀ ਕਿਤੇ ਗੁਰੂ ਸਾਹਿਬ ਦੇ ਹੱਕ ਦੀ ਕੋਈ ਗੱਲ ਕੀਤੀ ਹੈ, ਗੁਰਸਿੱਖ ਉਸ ਦੇ ਇਸ ਕਿਸੇ ਵੀ ਅਹਿਸਾਨ ਨੂੰ ਭੁੱਲਦੇ ਨਹੀਂ ਨੇ। ਅੱਜ ਵੀ ਮਲੇਰਕੋਟਲੇ ਦੇ ਮੁਸਲਮਾਨ ਬੜੇ ਪ੍ਰੇਮ ਪਿਆਰ ਦੇ ਨਾਲ ਪੰਜਾਬ ਵਿੱਚ ਰਹਿ ਰਹੇ ਨੇ। ਇਹ ਗੱਲ ਸਾਨੂੰ ਯਾਦ ਹੈ। ਇਤਿਹਾਸ ਵਿੱਚ ਅਜਿਹੀਆਂ ਗੱਲਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਾਨੂੰ ਆਪਣੇ ਗੁਰੂ ਦੇ ਸਿਧਾਂਤਾਂ ਉੱਪਰ ਮਾਣ ਮਹਿਸੂਸ ਹੁੰਦਾ ਹੈ। ਜਿਨ੍ਹਾਂ ਨੇ ਵੀ ਗੁਰੂ ਦਾ ਸਾਥ ਦਿੱਤਾ ਹੈ, ਇਤਿਹਾਸ ਨੇ, ਸਿੱਖ ਕੌਮ ਨੇ ਕਦੇ ਉਹਨਾਂ ਨੂੰ ਭੁਲਾਇਆ ਨਹੀਂ। ਹੁਣ ਠੰਡੇ ਬੁਰਜ ਵਿੱਚ ਕੈਦ ਕੀਤਾ ਸਾਹਿਬਜ਼ਾਦਿਆਂ ਨੂੰ, ਕੋਈ ਖਾਣ ਪੀਣ ਨੂੰ ਨਹੀਂ ਦਿੱਤਾ ਜਾ ਰਿਹਾ ਕੁਝ ਵੀ। ਵਜ਼ੀਰ ਖਾਨ ਦਾ ਇੱਕ ਮੁਲਾਜ਼ਮ ਹੈ ਮੋਤੀ ਰਾਮ ਮਹਿਰਾ, ਉਸ ਦੀ ਉੱਥੇ ਡਿਊਟੀ ਹੈ ਕਿ ਉਹਨੇ ਹਿੰਦੂ ਮੁਲਾਜ਼ਮਾਂ ਲਈ ਖਾਣਾ ਬਣਾ ਕੇ ਉਹਨਾਂ ਨੂੰ ਦੇਣਾ ਹੈ, ਕਿਉਂਕਿ ਹਿੰਦੂਆਂ ਲਈ ਅਲੱਗ ਤੇ ਮੁਸਲਮਾਨਾਂ ਲਈ ਅਲੱਗ ਖਾਣਾ ਤਿਆਰ ਹੁੰਦਾ ਸੀ। ਹੁਣ ਉਹ ਗੁਰੂ ਘਰ ਦਾ ਸ਼ਰਧਾਲੂ ਵੀ ਹੈ। ਉਹਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਵਜ਼ੀਰ ਖਾਨ ਨੇ ਠੰਡੇ ਬੁਰਜ ਵਿੱਚ ਕੈਦ ਕੀਤਾ ਹੈ ਤੇ ਉਹਦੇ ਕੁਝ ਖਾਣ ਦਾ ਕੁਝ ਨਹੀਂ ਭੇਜਿਆ ਜਾ ਰਿਹਾ, ਕੁਝ ਵੀ ਖਾਣ ਪੀਣ ਨੂੰ ਨਹੀਂ ਦਿੱਤਾ ਜਾ ਰਿਹਾ। ਉਹ ਮੋਤੀ ਰਾਮ ਮਹਿਰਾ ਆਪਣੇ ਘਰ ਆਪਣੀ ਮਾਤਾ ਤੇ ਆਪਣੀ ਪਤਨੀ ਨਾਲ ਗੱਲ ਕਰਦਾ ਹੈ ਕਿ ਗੁਰੂ ਦੇ ਸਾਹਿਬਜ਼ਾਦੇ ਤੇ ਗੁਰੂ ਦੇ ਮਾਤਾ ਜੀ ਬੜੇ ਭੁੱਖਣ ਭਾਣੇ ਬੈਠੇ ਨੇ, ਅਸੀਂ ਇੱਥੇ ਸਭ ਕੁਝ ਖਾ ਪੀ ਰਹੇ ਹਾਂ ਪਰ ਉਹ ਭੁੱਖਣ ਭਾਣੇ ਬੈਠੇ ਨੇ, ਇਹ ਮੇਰੇ ਕੋਲੋਂ ਜਰਿਆ ਨਹੀਂ ਜਾ ਰਿਹਾ। ਮੈਂ ਚਾਹਨਾ ਕਿ ਮੈਂ ਉਹਨਾਂ ਜੋਗਾ ਦੁੱਧ ਗਰਮ ਕਰਕੇ ਲੈ ਕੇ ਜਾਵਾਂ। ਤੇ ਉਹਦਾ ਪਰਿਵਾਰ ਵੀ ਇਸ ਗੱਲ ਦੀ, ਉਹਦੀ ਮਾਤਾ ਤੇ ਉਹਦੀ ਪਤਨੀ ਵੀ ਇਸ ਗੱਲ ਦੀ ਸਹਿਮਤੀ ਦਿੰਦੇ ਨੇ ਕਿ ਬਿਲਕੁਲ। ਉਹ ਪਰਿਵਾਰ ਦੁੱਧ ਗਰਮ ਕਰਕੇ ਤਿਆਰ ਕਰਕੇ ਦਿੰਦਾ ਕਿ ਜਾਓ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਦੁੱਧ ਛਕਾ ਕੇ ਆਓ, ਪਰ ਪਹਿਰਾ ਬੜਾ ਸਖਤ ਹੈ। ਹੁਣ ਉਹਨੂੰ ਇਹ ਵੀ ਪਤਾ ਹੈ ਕਿ ਜਿਹੜੇ ਪਹਿਰੇਦਾਰ ਨੇ ਉਹਨਾਂ ਨੇ ਜਾਣ ਨਹੀਂ ਦੇਣਾ, ਉਹਨਾਂ ਨੂੰ ਰਿਸ਼ਵਤ ਦੇਣੀ ਪੈਣੀ ਹੈ। ਇਹ ਸਾਡੇ ਹਿੰਦੁਸਤਾਨ ਦਾ ਬੜਾ ਪੁਰਾਣਾ ਸਿਸਟਮ ਹੈ, ਬਿਨਾਂ ਰਿਸ਼ਵਤ ਤੋਂ ਕਦੇ ਕੁਝ ਨਹੀਂ ਹੁੰਦਾ। ਆਪਣੀ ਪਤਨੀ ਦੇ ਗਹਿਣੇ ਲੈ ਕੇ ਜਾਂਦਾ ਹੈ, ਉੱਥੇ ਜਿਹੜਾ ਬੈਠਾ ਪਹਿਰੇਦਾਰ ਉਸ ਨੂੰ ਗਹਿਣੇ ਦੇ ਕੇ ਫਿਰ ਉਹ ਉਹਨੂੰ ਅੱਗੇ ਜਾਣ ਦਿੰਦਾ, ਗਹਿਣੇ ਦੇ ਕੇ ਉਹਨੂੰ ਅੱਗੇ ਜਾਣ ਦੀ ਇਜਾਜ਼ਤ ਮਿਲਦੀ ਹੈ। ਉਹ ਮੋਤੀ ਰਾਮ ਮਹਿਰਾ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਛਕਾਉਂਦਾ ਹੈ ਲਗਾਤਾਰ 2 ਦਿਨ। ਹੁਣ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮੋਤੀ ਰਾਮ ਮਹਿਰਾ ਫਿਰ ਭਾਈ ਟੋਡਰ ਮੱਲ ਨਾਲ ਰਲ ਕੇ ਸੰਸਕਾਰ ਕਰਦਾ, ਤੁਸੀਂ ਆਉਣ ਵਾਲੇ ਦਿਨਾਂ ਵਿੱਚ ਸੁਣੋਗੇ। ਪਰ ਜਦੋਂ ਇਸ ਗੱਲ ਦੀ ਖਬਰ ਵਜ਼ੀਰ ਖਾਨ ਕੋਲ ਪਹੁੰਚਦੀ ਹੈ ਕੁਝ ਦਿਨ ਬਾਅਦ ਕਿ ਮੋਤੀ ਰਾਮ ਮਹਿਰਾ ਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਛਕਾਇਆ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਬੜੇ ਤਸੀਹੇ ਦਿੱਤੇ ਜਾਂਦੇ ਨੇ। ਤੁਸੀਂ ਅੱਜ ਸੋਸ਼ਲ ਮੀਡੀਆ ਤੇ ਸਾਨੂੰ ਬਹੁਤ ਕੁਝ ਸੁਣਨ ਨੂੰ ਪੜ੍ਹਨ ਨੂੰ ਮਿਲਦਾ ਹੈ। ਅੱਜ ਫੋਟੋਆਂ ਵੀ ਆਉਂਦੀਆਂ ਨੇ ਉਹਦੇ ਤੇ। ਉਸ ਦੇ ਸਾਰੇ ਪਰਿਵਾਰ ਨੂੰ, ਮੋਤੀ ਰਾਮ ਮਹਿਰਾ ਨੂੰ, ਉਹਦੀ ਮਾਤਾ ਨੂੰ, ਉਹਦੀ ਪਤਨੀ ਨੂੰ ਤੇ ਉਹਦੇ ਇੱਕੋ ਇੱਕ ਬੱਚੇ ਨੂੰ ਰੂਹ ਪਿੰਜਨੀ ਦੇ ਵਿੱਚ ਪਿੰਜ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਤਨੇ ਤਸੀਹੇ ਦਿੱਤੇ ਗਏ ਨੇ, ਬੜੇ ਸਾਰੇ ਤਸੀਹੇ ਦਿੱਤੇ ਜਾਂਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਨਾਲ। ਆਪਾਂ ਇਤਿਹਾਸ ਨੂੰ ਪੜ੍ਹੀਏ ਤੇ ਇਤਿਹਾਸ ਵਿੱਚ ਮਿਲਦਾ ਹੈ ਕਿ ਜਦੋਂ ਕਿਸੇ ਨੂੰ ਖਤਮ ਕਰਨਾ ਸੀ ਨਾ, ਅੱਜ ਕੱਲ ਤਾਂ ਤਰੀਕੇ ਅਲੱਗ ਤਰ੍ਹਾਂ ਦੇ ਹੋ ਗਏ ਨੇ। ਪੁਰਾਣੇ ਸਮਿਆਂ ਦੇ ਵਿੱਚ 18 ਤਰੀਕੇ ਮੰਨੇ ਜਾਂਦੇ ਸਨ ਕਿਸੇ ਨੂੰ ਖਤਮ ਕਰਨ ਲਈ।
ਉਹ 18 ਦੇ 18 ਤਰੀਕੇ ਸਿੱਖ ਕੌਮ ਉੱਪਰ ਇਸਤੇਮਾਲ ਕੀਤੇ ਗਏ ਨੇ। ਆਪਾਂ ਰੋਜ਼ ਅਰਦਾਸ ਵਿੱਚ ਪੜ੍ਹਦੇ ਹਾਂ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੂੰ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ, ਆਰੇ ਨਾਲ ਚੀਰ ਕੇ। ਇਸੇ ਸਥਾਨ ਦੀ ਗਾਥਾ ਆਪਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਗਾਥਾ ਪੜ੍ਹਦੇ ਹਾਂ, ਸੁਣਦੇ ਹਾਂ। ਰੂਹ ਵਿੱਚ ਲਪੇਟ ਕੇ, ਪਾਣੀ ਵਿੱਚ ਉਬਾਲ ਕੇ, ਚਰਖੜੀਆਂ ਤੇ ਚੜਾ ਕੇ, ਖੋਪੜੀਆਂ ਉਤਾਰ ਕੇ ਕਿਸ ਕਿਸ ਤਰੀਕੇ ਨਾਲ ਸ਼ਹਾਦਤਾਂ ਕੀਤੀਆਂ ਗਈਆਂ ਨੇ, ਸਾਰੇ ਤਰੀਕੇ ਇਸਤੇਮਾਲ ਕੀਤੇ ਗਏ ਨੇ। ਭਾਈ ਮੋਤੀ ਰਾਮ ਮਹਿਰਾ ਦੇ ਸਾਰੇ ਪਰਿਵਾਰ ਨੂੰ ਰੂਹ ਪਿੰਜਣੀ ਵਿੱਚ ਪਿੰਜ ਦਿੱਤਾ ਜਾਂਦਾ ਹੈ। ਇਸ ਤਰੀਕੇ ਨਾਲ ਭਾਈ ਮੋਤੀ ਰਾਮ ਮਹਿਰਾ ਨੂੰ ਇਹ ਸਜ਼ਾ ਦਿੱਤੀ ਜਾਂਦੀ ਹੈ। ਤੇ ਅੱਜ ਕੌਮ ਭਾਈ ਮੋਤੀ ਰਾਮ ਮਹਿਰਾ ਨੂੰ ਵੀ ਯਾਦ ਕਰਦੀ ਹੈ। ਭਾਈ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਜਦੋਂ ਤੁਸੀਂ ਜੀਟੀ ਰੋਡ ਵੱਲੋਂ ਆਪਾਂ ਸਰਹੰਦ ਜਾਈਏ ਤੇ ਉੱਥੇ ਵੱਡਾ ਸਾਰਾ ਗੇਟ ਭਾਈ ਮੋਤੀ ਰਾਮ ਮਹਿਰਾ ਦੇ ਨਾਮ ਦਾ ਬਣਿਆ, ਜਿਨ੍ਹਾਂ ਨੇ ਵੀ ਇਹਨਾਂ ਸਮਿਆਂ ਦੇ ਵਿੱਚ ਇਹ ਜਿਹੜੇ ਸਫਰੇ ਸ਼ਹਾਦਤ ਆਪਾਂ ਇਹਨਾਂ ਦਿਨਾਂ ਵਿੱਚ ਮਨਾ ਰਹੇ ਹਾਂ, ਇਹਨਾਂ 7 ਦਿਨਾਂ ਵਿੱਚ 2 ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ, 2 ਛੋਟੇ ਸਾਹਿਬਜ਼ਾਦੇ ਸਰਹੰਦ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਆਪਾਂ ਇਸ ਇਤਿਹਾਸ ਨੂੰ ਯਾਦ ਕਰ ਰਹੇ ਹਾਂ। ਹੁਣੇ ਭਾਈ ਸਾਹਿਬ ਜੀ ਨੇ ਦੱਸਿਆ ਵੀ ਹੈ ਕਿ ਕੱਲ ਜੋ ਸ਼ਹੀਦੀ ਦਾ ਦਿਹਾੜਾ ਹੈ, ਵਿਸ਼ੇਸ਼ ਸਮਾਗਮ ਦਿੱਲੀ ਕਮੇਟੀ ਵੱਲੋਂ ਕੀਤੇ ਜਾਣੇ ਨੇ। ਸਾਡਾ ਇਹ ਫਰਜ਼ ਬਣਦਾ ਹੈ ਅਸੀਂ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਸ਼ਹਾਦਤਾਂ ਨੂੰ ਯਾਦ ਕਰੀਏ, ਉਹਨਾਂ ਸ਼ਹਾਦਤਾਂ ਤੋਂ ਆਪਾਂ ਸਿੱਖਿਆ ਪ੍ਰਾਪਤ ਕਰਕੇ ਗੁਰੂ ਦੇ ਨਾਲ ਆਪਣੀ ਸਾਂਝ ਨੂੰ ਵਧਾਈਏ ਤੇ ਗੁਰੂ ਦੇ ਨਾਲ ਆਪਣੀ ਸਾਂਝ ਨੂੰ ਆਪਾਂ ਗੁਰਬਾਣੀ ਨਾਲ ਜੁੜ ਕੇ ਵੀ ਵਧਾਉਣਾ ਹੈ। ਗੁਰਬਾਣੀ ਦੀ ਜੋ ਵਿਚਾਰ, ਜੋ ਭਾਈ ਸਾਹਿਬ ਜੀ ਨੇ ਸ਼ਬਦ ਪੜ੍ਹਿਆ, ਆਪਾਂ ਉਸ ਸ਼ਬਦ ਦੀ ਵਿਚਾਰ ਦੇ ਨਾਲ ਵੀ ਜੁੜਨਾ ਹੈ। ਉਸ ਸ਼ਬਦ ਦੀ ਵਿਚਾਰ ਦੇ ਨਾਲ ਵੀ ਆਪਾਂ ਜੁੜ ਕੇ ਜੋ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਇੱਥੇ ਚੱਲ ਰਹੀ ਹੈ, ਉਸ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਵੀ ਆਪਾਂ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਸੋ ਭਾਈ ਸਾਹਿਬ ਜੀ ਨੇ ਜਿਹੜਾ ਸ਼ਬਦ ਪੜ੍ਹਿਆ ਹੈ, ਆਪਾਂ ਰਹਿੰਦੇ ਸਮੇਂ ਦੇ ਵਿੱਚ ਉਸ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰਦੇ ਹਾਂ ਜੀ। ਗੌੜੀ ਮਹੱਲਾ 5ਵਾਂ, ਪੰਚਮ ਪਾਤਸ਼ਾਹ ਦਾ ਸ਼ਬਦ ਗੌੜੀ ਰਾਗ ਦੇ ਵਿੱਚ ਦਰਜ ਕੀਤਾ ਗਿਆ ਹੈ। ਇਹ ਅਸ਼ਟਪਦੀਆਂ ਨੇ। ਕੱਲ ਆਪ ਜੀ ਨੇ ਅੱਧੇ ਸ਼ਬਦ ਦੀ ਵਿਚਾਰ, ਪਹਿਲੇ 4 ਪਦਿਆਂ ਦੀ ਵਿਚਾਰ ਸਰਵਨ ਕੀਤੀ ਹੈ। ਅੱਜ ਬਾਕੀ ਰਹਿੰਦੇ 4 ਪਦਿਆਂ ਦੀ ਵਿਚਾਰ ਦੇ ਨਾਲ ਆਪਾਂ ਜੁੜਨਾ ਹੈ। ਇਸ ਸ਼ਬਦ ਦੇ ਜਦੋਂ ਆਪਾਂ ਰਹਾਉ ਵਾਲੇ ਪਦੇ ਨੂੰ ਪੜ੍ਹਦੇ ਹਾਂ, ਰਹਾਉ ਵਾਲੇ ਪਦੇ ਦੇ ਵਿੱਚ ਸਾਰੇ ਸ਼ਬਦ ਦਾ ਕੇਂਦਰੀ ਭਾਵ, ਸੈਂਟਰਲ ਆਈਡੀਆ ਪਾਤਸ਼ਾਹ ਦਰਜ ਕਰਦੇ ਨੇ। ਤੇ ਉਸ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ, ਕਵਨ ਅਸਥਾਨ ਜੋ ਕਬਹੂ ਨਾ ਟਰੈ, ਕਵਨ ਸ਼ਬਦ ਜਿਤ ਦੁਰਮਤ ਹਰੈ। ਉਹ ਕਿਹੜਾ ਅਸਥਾਨ ਹੈ ਜਿਸ ਵਕਤ, ਜਿਸ ਸਮੇਂ ਦੀ ਗੱਲ ਕਰੀਏ, ਜਿਸ ਅਵਸਥਾ ਦੀ ਗੱਲ ਕਰੀਏ, ਜਿਹੜਾ ਹਮੇਸ਼ਾ ਅਟਲ ਰਹਿੰਦਾ ਹੈ। ਤੇ ਉਹ ਕਿਹੜਾ ਸ਼ਬਦ ਹੈ ਜਿਸ ਦੀ ਬਰਕਤ ਨਾਲ ਸਾਡੀ ਖੋਟੀ ਮਤ ਦੂਰ ਹੁੰਦੀ ਹੈ। ਖੋਟੀ ਮਤ ਦੂਰ ਬਹੁਤ ਜ਼ਰੂਰੀ ਹੈ। ਆਪਾਂ ਮਤ ਦੀ ਜਦੋਂ ਗੱਲ ਕਰਦੇ ਹਾਂ ਨਾ, ਆਪਾਂ ਗੱਲ ਕਰਦੇ ਹਾਂ ਕਿ ਗੁਰਮਤ ਦੀ, ਗੁਰੂ ਦੀ ਮਤ। ਇੱਕ ਆਪਾਂ ਗੱਲ ਕਰਦੇ ਹਾਂ ਮਨ ਮਤ ਦੀ, ਸਾਡੇ ਮਨ ਦੀ ਮਤ। ਅੱਜ ਅਸੀਂ ਬਹੁਤਾ ਆਪਣੇ ਮਨ ਦੇ ਪਿੱਛੇ ਲੱਗੇ ਹਾਂ। ਕਿਤੇ ਵੀ ਕੋਈ ਥੋੜੀ ਜਿਹੀ ਗੱਲ ਹੋਵੇ, ਕਹਿੰਦੇ ਮੇਰਾ ਮਨ ਨਹੀਂ ਮੰਨਦਾ ਇਹ ਕੰਮ ਕਰਨ। ਅਸੀਂ ਆਪਣੇ ਮਨ ਦੀ ਸੁਣਦੇ ਹਾਂ। ਤੇ ਇੱਕ ਹੁੰਦੀ ਦੁਰਮਤ, ਭਾਵ ਭੈੜੀ ਮਤ, ਭੈੜੀਆਂ ਸੰਗਤਾਂ ਦੇ ਵਿੱਚ ਪੈ ਕੇ ਭੈੜੀ ਮਤ ਵਿੱਚ ਜਾਣਾ। ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ, ਪਾਤਸ਼ਾਹ ਦੇ 15 ਰਾਗਾਂ ਦੇ ਵਿੱਚ 59 ਸ਼ਬਦ ਦਰਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੇ ਸਭ ਤੋਂ ਪਹਿਲਾ ਸ਼ਬਦ ਜਿਹੜਾ ਗੌੜੀ ਰਾਗ ਵਿੱਚ ਹੀ ਆ ਪਾਤਸ਼ਾਹ ਦਾ, ਤੇ ਉਹਦੇ ਵਿੱਚ ਪਾਤਸ਼ਾਹ ਕਹਿੰਦੇ ਨੇ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰ ਜਨ ਕੀ, ਤਾਂ ਤੇ ਅਹਨਸ ਭਾਗੋ। ਉੱਥੇ ਪਾਤਸ਼ਾਹ ਕਹਿੰਦੇ ਕਿ ਜਿਹੜਾ ਭੈੜੀ ਮਤ ਦੇਣ ਵਾਲਾ ਤੁਹਾਡਾ ਸੰਗੀ ਹੈ, ਦੁਰ ਜਨ। ਇੱਥੇ ਵੀ ਪਾਤਸ਼ਾਹ ਕਹਿ ਰਹੇ ਨੇ ਕਿ ਕਿਹੜਾ ਸ਼ਬਦ ਹੈ ਜਿਸ ਦੇ ਨਾਲ ਭੈੜੀ ਮਤ ਦਾ ਨਾਸ ਹੋ ਜਾਏਗਾ। ਤੇ ਇੱਥੇ ਪੰਚਮ ਪਾਤਸ਼ਾਹ ਕਹਿ ਰਹੇ ਨੇ ਭੈੜੀ ਮਤ ਦੇ ਨਾਸ ਵਾਸਤੇ ਕਿਹੜਾ ਸ਼ਬਦ ਹੈ। ਤੇ ਉੱਥੇ 9ਵੇਂ ਪਾਤਸ਼ਾਹ ਕਹਿ ਰਹੇ ਨੇ ਕਿ ਭੈੜੀ ਸੰਗਤ ਦਾ ਤਿਆਗ ਕਰੀਏ, ਦੁਰਜਨ ਦਾ ਤਿਆਗ ਕਰੀਏ। ਜਿਹੜੇ ਸਾਨੂੰ ਮਾੜੇ ਪਾਸੇ ਲੈ ਕੇ ਜਾਂਦੇ ਨੇ ਵਿਚਾਰ, ਜਿਹੜੇ ਸਾਨੂੰ ਮਾੜੇ ਪਾਸੇ ਲੈ ਕੇ ਜਾਂਦੇ ਨੇ, ਉਹਨਾਂ ਦਾ ਅਸੀਂ ਤਿਆਗ ਕਰਨਾ। ਤੇ ਇੱਥੇ ਸ਼ਬਦ ਦੇ ਵਿੱਚ ਜਿਹੜਾ ਰਹਾਉ ਵਾਲਾ ਪਦ ਹੈ, ਇਸ ਸ਼ਬਦ ਦੇ ਵਿੱਚ ਪੰਚਮ ਪਾਤਸ਼ਾਹ ਇਹ ਕਹਿ ਰਹੇ ਨੇ
ਕਿ ਕਿਹੜੀ ਅਵਸਥਾ ਹੈ, ਕਿਹੜਾ ਅਸਥਾਨ ਹੈ ਜਿਸ ਤੇ ਜੋ ਹਮੇਸ਼ਾ ਅਟਲ ਰਹਿਣ ਵਾਲਾ ਹੈ। ਹੁਣ ਬਾਕੀ ਸ਼ਬਦ ਦੇ ਪਦਿਆਂ ਨੂੰ ਤੁਸੀਂ ਕੱਲ ਵੀ ਵਿਚਾਰ ਸਰਵਣ ਕੀਤੀ ਹੈ। ਇਹਨਾਂ ਪਦਿਆਂ ਵਿੱਚ ਪਾਤਸ਼ਾਹ ਕਹਿੰਦੇ ਨੇ ਕਿ ਕੋਈ ਵੀ ਐਸਾ ਸਥਾਨ ਜਿਹਦੀ ਪਾਤਸ਼ਾਹ ਪਹਿਲੇ ਪਦਿਆਂ ਵਿੱਚ ਜ਼ਿਕਰ ਕਰਦੇ ਨੇ, ਪਾਤਸ਼ਾਹ ਕਹਿੰਦੇ ਨੇ ਜੀਵ ਮਾਂ ਦੇ ਪੇਟ ਵਿੱਚੋਂ ਨਿਕਲ ਕੇ ਖਲਾਸੀ ਹਾਸਲ ਕਰਦਾ ਹੈ, ਫਿਰ ਜਨਮ ਲੈ ਕੇ ਪਰਿਵਾਰ ਦੇ ਮੋਹ ਵਿੱਚ ਆ ਜਾਂਦਾ ਹੈ, ਫਿਰ ਕਈ ਕਿਸਮ ਦਾ ਖਾਣਾ ਖਾਣਾ, ਕੱਪੜੇ ਪਹਿਨਣੇ, ਤੇ ਇਹਨਾਂ ਚੀਜ਼ਾਂ ਵਿੱਚ ਹੀ ਉਹ ਇਹਨਾਂ ਚੀਜ਼ਾਂ 'ਚ ਸਾਰੀ ਜ਼ਿੰਦਗੀ ਮਸਤ ਰਹਿੰਦਾ ਹੈ, ਤੇ ਫਿਰ ਯਤੀਮਾਂ ਵਾਂਗ ਇੱਥੋਂ ਤੁਰ ਜਾਂਦਾ ਹੈ, ਇੱਥੋਂ ਚਲਾ ਜਾਂਦਾ ਹੈ। ਅੱਗੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਆਪਾਂ ਸਥਾਨਾਂ ਦੀ ਗੱਲ ਕਰਦੇ ਹਾਂ, ਇੰਦਰਪੁਰੀ, ਬ੍ਰਹਮਪੁਰੀ, ਸ਼ਿਵਪੁਰੀ, ਕਹਿੰਦੇ ਇਹ ਵੀ ਸਥਾਨ ਕਾਇਮ ਰਹਿਣ ਵਾਲੇ ਨਹੀਂ ਨੇ, ਇਹਨਾਂ ਦਾ ਵੀ ਨਾਸ ਹੋ ਜਾਣ ਵਾਲਾ ਹੈ। 3 ਗੁਣਾਂ ਵਾਲੀ ਜਿਹੜੀ ਮਾਇਆ ਹੈ ਇਹ ਵੀ ਬਿਨ ਸਜਾਏਗੀ, ਇਹ ਵੀ ਸਭ ਖਤਮ ਹੋ ਜਾਣ ਵਾਲੇ ਨੇ। ਪਾਤਸ਼ਾਹ ਕਹਿੰਦੇ ਨੇ ਪਹਾੜ, ਗगन, ਭਾਵ ਆਕਾਸ਼, ਤਾਰੇ, ਧਰਤੀ, ਸਭ ਕੁਝ ਖਤਮ ਹੋ ਜਾਣ ਵਾਲਾ ਹੈ। ਇਹ ਸਭ ਕੁਝ ਖਤਮ ਹੋ ਜਾਣ ਵਾਲਾ ਹੈ। ਸੂਰਜ, ਚੰਦਰਮਾ, ਹਵਾ, ਪਾਣੀ, ਅੱਗ, ਦਿਨ ਰਾਤ, ਇਹ ਵੱਖ-ਵੱਖ ਕਿਸਮ ਦੀਆਂ ਮਰਿਆਦਾਵਾਂ, ਜਿਹੜੀਆਂ ਮਰਿਆਦਾਵਾਂ ਅਸੀਂ ਚਲਾਉਂਦੇ ਹਾਂ, ਜਿਨ੍ਹਾਂ ਮਰਿਆਦਾਵਾਂ ਦੇ ਹਿਸਾਬ ਨਾਲ ਅਸੀਂ ਆਪਣਾ ਜੀਵਨ ਨਿਭਾਉਂਦੇ ਹਾਂ, ਪਾਤਸ਼ਾਹ ਕਹਿੰਦੇ ਨੇ ਸਭ ਕੁਝ ਖਤਮ ਹੋ ਜਾਣ ਵਾਲਾ ਹੈ। ਤੇ ਅੱਗੇ ਪਾਤਸ਼ਾਹ ਕਹਿ ਰਹੇ ਨੇ ਕਿ ਜਿਹੜੇ ਤੀਰਥ ਨੇ, ਦੇਵਤੇ ਨੇ, ਮੰਦਰ, ਧਰਮ ਪੁਸਤਕਾਂ, ਮਾਲਾ, ਤਿਲਕ, ਇਹ ਸਭ ਕੁਝ, ਧੋਤੀ, ਡੰਡੌਤ, ਨਮਸਕਾਰ, ਮਹਿਲਾਂ ਦੇ ਭੋਗ ਵਿਲਾਸ, ਸਾਰਾ ਜਗਤ ਆਖਰ ਨੂੰ ਕੂਚ ਕਰ ਜਾਏਗਾ, ਕੁਝ ਵੀ ਟਿਕਣ ਵਾਲਾ ਨਹੀਂ ਹੈ। ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅਸਥਾਨ ਤੇ ਬੈਠੇ ਹਾਂ। ਪਿਛਲੇ ਸਮਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਂਦੇ ਆ, ਆਪਾਂ ਉਹਨਾਂ ਦੀ ਬਾਣੀ ਨਾਲ ਬੜੀ ਸਾਂਝ ਪਾਈ ਹੈ। ਪਾਤਸ਼ਾਹ ਕਹਿੰਦੇ ਨੇ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਜੋ ਕੁਝ ਵੀ ਪੈਦਾ ਹੋਇਆ ਹੈ ਉਹ ਸਭ ਕੁਝ ਖਤਮ ਹੋ ਜਾਣ ਵਾਲਾ ਹੈ, ਕੁਝ ਵੀ ਇੱਥੇ ਰੁਕਣ ਵਾਲਾ ਨਹੀਂ ਹੈ। ਇਹੀ ਗੱਲ ਪੰਚਮ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਕਹਿ ਰਹੇ ਨੇ। ਤੇ ਇਸ ਸ਼ਬਦ ਦੇ 5ਵੇਂ ਪਦੇ ਵਿੱਚ ਪਾਤਸ਼ਾਹ ਕਿਹੜੀ ਗੱਲ ਸਾਨੂੰ ਸਮਝਾਣੀ ਚਾਹੁੰਦੇ ਨੇ, ਆਪਾਂ ਉਹ ਸਮਝਣ ਦਾ ਯਤਨ ਕਰਦੇ ਹਾਂ ਜੀ। ਜਾਤ ਵਰਨ ਤੁਰਕ ਅਰ ਹਿੰਦੂ, ਪਸ ਪੰਖੀ ਅਨਕ ਜੋਨ ਜਿੰਦੂ, ਸਗਲ ਪਾਸਾਰ ਦੀਸੈ ਪਾਸਾਰਾ, ਬਿਨਸ ਜਾਏਗੋ ਸਗਲ ਆਕਾਰਾ। ਪਾਤਸ਼ਾਹ ਕਹਿੰਦੇ ਨੇ ਜਾਤ, ਅਸੀਂ ਸਮਝਦੇ ਹਾਂ ਜਾਤ ਕਿਹਨੂੰ ਕਹਿੰਦੇ ਨੇ। ਜਾਤਾਂ ਦੇ ਵਿੱਚ ਸਾਰਾ ਸਮਾਜ ਵੰਡਿਆ ਹੋਇਆ ਹੈ। ਜਾਤ ਵਰਨ, 4 ਵਰਨ ਨੇ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਇਹ 4 ਵਰਨਾਂ ਦੇ ਵਿੱਚ ਸਾਰੇ ਸਮਾਜ ਨੂੰ ਵੰਡਿਆ, ਅੱਗੋਂ ਫਿਰ ਵੱਖਰੀਆਂ ਵੱਖਰੀਆਂ ਜਾਤਾਂ ਦੇ ਵਿੱਚ ਵੰਡਿਆ। ਪਰ ਪਾਤਸ਼ਾਹ ਇਸ ਨੂੰ ਪ੍ਰਵਾਨ ਨਹੀਂ ਕਰਦੇ, ਪਾਤਸ਼ਾਹ ਇਸ ਜਾਤ ਵੰਡ ਨੂੰ ਪ੍ਰਵਾਨ ਨਹੀਂ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੂੰ ਤੁਸੀਂ ਜਾਤ ਕਰਕੇ ਨੀਵੇਂ ਸਮਝਦੇ ਹੋ, ਪਾਤਸ਼ਾਹ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਨੀਚ ਕੇਵਲ ਇਸ ਕਰਕੇ ਸਮਝਦੇ ਹੋ ਕਿ ਉਹਨਾਂ ਦਾ ਕਿਸੇ ਵਿਸ਼ੇਸ਼ ਜਾਤੀ ਦੇ ਵਿੱਚ ਜਨਮ ਹੋਇਆ ਹੈ, ਤੇ ਇਹ ਪ੍ਰਵਾਨ ਨਹੀਂ ਹੈ, ਇਹ ਪ੍ਰਵਾਨ ਨਹੀਂ ਹੈ। ਹੁਣ ਆਪਾਂ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਨੂੰ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਉਦਾਸੀਆਂ ਦੀ ਆਰੰਭਤਾ ਕੀਤੀ ਹੈ, ਤੇ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਜੀ ਦੇ ਘਰ ਗਏ ਨੇ। ਤੇ ਜਦੋਂ ਆਪਾਂ ਜਾਤ ਵੰਡ ਦੀ ਗੱਲ ਕਰੀਏ, ਭਾਈ ਲਾਲੋ ਜੀ ਛੋਟੀ ਜਾਤੀ ਨਾਲ ਸੰਬੰਧਿਤ ਨੇ, ਤੇ ਗੁਰੂ ਸਾਹਿਬ ਸਭ ਤੋਂ ਪਹਿਲਾਂ ਉਹਨਾਂ ਦੇ ਘਰ ਜਾਂਦੇ ਨੇ। ਜਾਤ ਵੰਡ, ਵਰਨ ਵੰਡ ਦੇ ਮੁਤਾਬਕ ਛੋਟੀ ਜਾਤੀ ਵਾਲਾ ਕੋਈ ਵੀ ਵਿਅਕਤੀ ਧਰਮ ਦਾ ਕੋਈ ਕੰਮ ਨਹੀਂ ਕਰ ਸਕਦਾ। ਧਰਮ ਦੇ ਕਿਸੇ ਕੰਮ ਵਿੱਚ ਉਹਦੀ ਕੋਈ ਦਖਲ ਅੰਦਾਜ਼ੀ ਨਹੀਂ ਹੈ, ਉਹ ਮੰਦਿਰ ਵਿੱਚ ਵੀ ਪ੍ਰਵੇਸ਼ ਨਹੀਂ ਕਰ ਸਕਦਾ। ਪਰ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲਾਂ ਉਹਦੇ ਘਰ ਜਾਂਦੇ ਨੇ। ਇਹ ਸਾਨੂੰ ਸੰਦੇਸ਼ ਦਿੰਦੇ ਨੇ। ਤੇ ਜਿਹੜੇ ਜਾਤ ਨੂੰ ਵੰਡਦੇ ਨੇ, ਮੰਨਦੇ ਨੇ, ਇੱਥੇ ਪਾਤਸ਼ਾਹ ਉਹਨਾਂ ਵਾਸਤੇ ਗੱਲ ਕਹਿ ਰਹੇ ਨੇ, ਜਾਤ ਵਰਨ ਤੁਰਕ ਅਰ ਹਿੰਦੂ, ਵੱਖ-ਵੱਖ ਜਾਤਾਂ ਨੂੰ ਮੰਨਣ ਵਾਲੇ ਜਾਂ ਵੱਖ-ਵੱਖ ਜਾਤਾਂ ਨੂੰ ਪ੍ਰਵਾਨ ਕਰਨ ਵਾਲੇ, ਵੱਖ-ਵੱਖ ਵਰਨ ਨੇ ਜਿਹੜੇ 4 ਵਰਨਾਂ ਦੀ ਆਪਾਂ ਗੱਲ ਕੀਤੀ ਹੈ। ਕਿਸੇ ਵੀ ਧਰਮ ਨੂੰ ਮੰਨਣ ਵਾਲੇ ਨੇ, ਕੋਈ ਤੁਰਕ ਦਾ ਮਤਲਬ ਇਸਲਾਮ ਨੂੰ ਮੰਨਣ ਵਾਲੇ, ਤੁਰਕ ਅਰ ਹਿੰਦੂ, ਭਾਵੇਂ ਕੋਈ ਹਿੰਦੂ ਧਰਮ ਨੂੰ ਮੰਨਣ ਵਾਲਾ ਹੈ, ਭਾਵੇਂ ਕੋਈ ਇਸਲਾਮ ਧਰਮ ਨੂੰ ਮੰਨਣ ਵਾਲਾ ਹੈ, ਭਾਵੇਂ ਕੋਈ ਕਿਸੇ ਵੀ ਵਰਨ ਨੂੰ ਮੰਨਣ ਵਾਲਾ ਜਾਂ ਜਾਤ ਨੂੰ ਮੰਨਣ ਵਾਲਾ ਹੈ। ਪਸ਼ ਪੰਖੀ ਅਨਕ ਜੋਨ ਜਿੰਦੂ, ਭਾਵੇਂ ਕੋਈ ਪਸ਼ੂ ਹੈ, ਭਾਵੇਂ ਕੋਈ ਪੰਛੀ ਹੈ, ਭਾਵੇਂ ਉਹ ਕਿਸੇ ਵੀ ਹੋਰ ਤਰ੍ਹਾਂ ਦਾ ਜੀਵ ਹੈ ਜਿਹਦੇ ਵਿੱਚ ਜਿੰਦ ਪਾਈ ਹੈ ਪਰਮਾਤਮਾ ਨੇ।
ਅਨੇਕਾਂ ਤਰ੍ਹਾਂ ਦੇ ਉਹ ਜਿਹੜੇ ਨੇ ਕਿਸੇ ਵੀ ਤਰੀਕੇ ਦੇ, ਭਾਵੇਂ ਆਪਾਂ 84 ਲੱਖ ਜੂਨਾਂ ਦੀ ਗੱਲ ਕਰਦੇ ਹਾਂ, ਕਿਸੇ ਵੀ ਤਰੀਕੇ ਨਾਲ ਕੋਈ ਜੀਵ ਪੈਦਾ ਹੋਇਆ ਹੈ। 4 ਤਰੀਕੇ ਪੈਦਾ ਹੋਣ ਦੇ ਆਪਾਂ ਪੜ੍ਹਦੇ ਹਾਂ, 4 ਖਾਣੀਆਂ ਆਪਾਂ ਪੜ੍ਹਦੇ ਹਾਂ, ਅੰਡਜ, ਜੇਰਜ, ਸੇਤਜ, ਉਤਪੁਜ। ਅੰਡੇ ਤੋਂ ਪੈਦਾ ਹੋਣ ਵਾਲੇ ਜੀਵ, ਉਹਨਾਂ ਨੂੰ ਅੰਡਜ ਕਹਿ ਦਿੱਤਾ ਜਾਂਦਾ ਹੈ, ਜਿਹੜੇ ਪੰਛੀ ਵਗੈਰਾ ਹੁੰਦੇ ਨੇ। ਜੇਰਜ, ਇੱਕ ਸਰੀਰ ਦੇ ਵਿੱਚੋਂ ਦੂਸਰਾ ਸਰੀਰ ਪੈਦਾ ਹੋਣਾ। ਬੜੇ ਸਾਰੇ ਜਾਨਵਰ ਪੈਦਾ ਹੁੰਦੇ ਨੇ, ਅਸੀਂ ਵੀ ਇਸੇ ਤਰੀਕੇ ਨਾਲ ਪੈਦਾ ਹੋਏ ਹਾਂ। ਸੇਤਜ, ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ, ਸਿਰ ਦੇ ਵਿੱਚ ਜੂਆਂ ਆ ਜਾਂਦੀਆਂ ਨੇ, ਖੜੇ ਪਾਣੀ ਦੇ ਵਿੱਚ ਮੱਛਰ ਪੈਦਾ ਹੋ ਜਾਂਦੇ ਨੇ। ਉਤਪੁਜ, ਧਰਤੀ ਵਿੱਚੋਂ ਪੈਦਾ ਹੋਣ ਵਾਲੇ ਪੇੜ ਪੌਦੇ। ਕਿਸੇ ਵੀ ਤਰੀਕੇ ਨਾਲ, ਪਾਤਸ਼ਾਹ ਕਹਿੰਦੇ ਨੇ ਅਨਕ ਜੌਣ ਜਿੰਦੂ, ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਜਨਮ ਹੋਇਆ ਹੈ, ਕਿਸੇ ਵੀ ਤਰੀਕੇ ਨਾਲ ਉਹਨਾਂ ਦਾ ਜਨਮ ਹੋਇਆ ਹੈ, ਉਹ ਸਾਰੇ ਖਤਮ ਹੋਣ ਵਾਲੇ ਨੇ। ਪਾਤਸ਼ਾਹ ਕਹਿੰਦੇ ਨੇ ਸਗਲ ਪਾਸਾਰ ਦਿਸੈ ਪਾਸਾਰਾ, ਇਹ ਸਾਰਾ ਜਗਤ ਖਲਾਰਾ ਜੋ ਨਜ਼ਰ ਆ ਰਿਹਾ ਹੈ, ਇਸ ਦੇ ਵਿੱਚ ਵੱਖ-ਵੱਖ ਜਾਤਾਂ ਦੇ ਜੀਵ ਨੇ, ਇਸ ਦੇ ਵਿੱਚ ਵੱਖ-ਵੱਖ ਵਰਨਾਂ ਨੂੰ ਮੰਨਣ ਵਾਲੇ ਨੇ, ਇਸ ਵਿੱਚ ਵੱਖ-ਵੱਖ ਜੋਨਾਂ ਵਾਲੇ ਜੀਵ ਨੇ, ਕਿਸੇ ਵੀ ਤਰੀਕੇ ਨਾਲ ਪੈਦਾ ਹੋਏ ਨੇ। ਪਾਤਸ਼ਾਹ ਕਹਿੰਦੇ ਨੇ ਬਿਨ ਸਜਾਏਗੋ ਸਗਲ ਆਕਾਰਾ, ਇਹ ਸਾਰਾ ਦ੍ਰਿਸ਼ਟਮਾਨ ਸੰਸਾਰ ਖਤਮ ਹੋ ਜਾਏਗਾ, ਕੁਝ ਵੀ ਰਹਿਣ ਵਾਲਾ ਨਹੀਂ ਹੈ। ਇਹ ਜੋ ਕੁਝ ਵੀ ਨਜ਼ਰ ਆ ਰਿਹਾ ਹੈ, ਇਹ ਸਾਰਾ ਕੁਝ ਖਤਮ ਹੋ ਜਾਏਗਾ, ਕੁਝ ਵੀ ਇੱਥੇ ਰਹਿਣ ਵਾਲਾ ਨਹੀਂ ਹੈ। ਚਾਹੇ ਕੋਈ ਕਿਸੇ ਜਾਤ ਨੂੰ ਮੰਨ ਰਿਹਾ ਹੈ, ਚਾਹੇ ਕੋਈ ਕਿਸੇ ਵੀ ਤਰੀਕੇ ਨਾਲ ਪੈਦਾ ਹੋਇਆ ਹੈ। ਅੱਗੇ ਪਾਤਸ਼ਾਹ ਕਹਿੰਦੇ ਨੇ, ਇੱਥੇ ਤੱਕ ਪਾਤਸ਼ਾਹ ਨੇ 5 ਪਦਿਆਂ ਦੇ ਵਿੱਚ ਸਾਰਾ ਉਹ ਜ਼ਿਕਰ ਕੀਤਾ ਹੈ ਜਿਹੜੇ ਨਾਸ ਹੋ ਜਾਣ ਵਾਲੇ ਨੇ। ਹੁਣ ਅੱਗੇ ਜਿਹੜੇ 3 ਪਦੇ ਨੇ, ਇਹਨਾਂ ਦੇ ਵਿੱਚ ਪਾਤਸ਼ਾਹ ਉਸ ਅਸਥਾਨ ਦੀ ਗੱਲ ਸਮਝਾ ਰਹੇ ਨੇ ਜਿਸ ਅਸਥਾਨ ਦਾ ਰਹਾਉ ਵਾਲੇ ਪਦੇ ਵਿੱਚ ਜ਼ਿਕਰ ਕੀਤਾ ਗਿਆ। ਇੱਥੇ ਪਾਤਸ਼ਾਹ ਕਹਿੰਦੇ ਨੇ ਸਹਿਜ ਸਿਫਤ ਭਗਤ ਤਤ ਗਿਆਨਾ, ਸਦਾ ਆਨੰਦ ਨਿਹਚਲ ਸਚ ਥਾਨਾ, ਤਹਾਂ ਸਾਧ ਤਹਾਂ ਸੰਗਤ ਸਾਧ ਗੁਣ ਰਸੈ, ਅਨਭਉ ਨਗਰ ਤਹਾਂ ਸਦ ਵਸੈ। ਹੁਣ ਪਾਤਸ਼ਾਹ ਕਹਿੰਦੇ ਨੇ ਉਹ ਉੱਚੀ ਆਤਮਕ ਅਵਸਥਾ, ਉਹ ਸਥਾਨ ਸਦਾ ਕਾਇਮ ਰਹਿਣ ਵਾਲੀ ਹੈ, ਅਟਲ ਹੈ, ਉੱਥੇ ਸਦਾ ਹੀ ਆਨੰਦ ਵੀ ਹੈ। ਉਹ ਜਿਹੜਾ ਸਥਾਨ ਹੈ, ਉਹ ਜਿਹੜੀ ਅਵਸਥਾ ਹੈ, ਉਹ ਸਦਾ ਕਾਇਮ ਰਹਿਣ ਵਾਲੀ ਹੈ, ਉਹ ਅਡੋਲਤਾ ਵਾਲੀ ਅਵਸਥਾ ਹੈ। ਜਦੋਂ ਆਪਾਂ ਮਾਇਆ ਦੇ 3 ਗੁਣਾਂ ਦੀ ਗੱਲ ਕਰਦੇ ਹਾਂ, ਉਹਨਾਂ 3 ਗੁਣਾਂ ਦੇ ਵਿੱਚ ਜੀਵ ਡੋਲਦਾ ਹੈ, ਚਾਹੇ ਉਹ ਰਜਗੁਣ, ਤਮ ਗੁਣ, ਸਤਗੁਣ, 3 ਗੁਣਾਂ ਚੋਂ ਕਿਸੇ ਦੀ ਗੱਲ ਕਰ ਲਈਏ। ਪਰ ਜਦੋਂ ਇਹਨਾਂ 3 ਗੁਣਾਂ ਤੋਂ ਜੀਵ ਉੱਚਾ ਉੱਠਦਾ ਹੈ, ਫਿਰ ਉਹ ਚੌਥੇ ਗੁਣ ਭਾਵ ਤੁਰਿਆ ਅਵਸਥਾ, ਸਹਿਜ ਅਵਸਥਾ ਵੀ ਆਪਾਂ ਉਹਨੂੰ ਕਹਿ ਦਿੰਦੇ ਹਾਂ। ਤੇ ਇੱਥੇ ਵੀ ਪਾਤਸ਼ਾਹ ਕਹਿ ਰਹੇ ਕਿ ਸਹਿਜ ਸਿਫਤ, ਉਹ ਆਤਮਕ ਅਡੋਲਤਾ ਵਾਲੀ ਅਵਸਥਾ ਹੈ। ਇਹ ਉਹ ਸਥਾਨ ਹੈ ਆਤਮਕ ਅਡੋਲਤਾ ਵਾਲਾ, ਉੱਥੇ ਸਦਾ ਆਨੰਦ ਹੈ, ਉੱਥੇ ਆਨੰਦ ਹੈ, ਉੱਥੇ ਸਿਫਤ ਸਲਾਹ ਹੋ ਰਹੀ ਹੈ, ਉੱਥੇ ਭਗਤੀ ਹੋ ਰਹੀ ਹੈ, ਜਗਤ ਦੇ ਮੂਲ ਪਰਮਾਤਮਾ ਨਾਲ ਡੂੰਗੀ ਸਾਂਝ ਪੈ ਰਹੀ ਹੈ। ਜਿਹੜਾ ਜਗਤ ਦਾ ਮੂਲ ਹੈ, ਪਾਤਸ਼ਾਹ ਕਹਿੰਦੇ ਨੇ ਭਗਤ ਤਤ ਗਿਆਨਾ, ਤਤ ਭਾਵ ਮੂਲ, ਉਸ ਪਰਮਾਤਮਾ ਦੀ ਭਗਤੀ ਹੋ ਰਹੀ ਹੈ, ਉਹਦੇ ਪਰਮਾਤਮਾ ਜਿਹੜਾ ਸਭ ਦਾ ਮੂਲ ਹੈ, ਉਸ ਦੇ ਨਾਲ ਸਾਂਝ ਪੈ ਰਹੀ ਹੈ। ਤਾਂ ਸੰਗਤ ਸਾਧ ਗੁਣ ਰਸੈ, ਉੱਥੇ ਸੰਗਤ ਹੈ, ਉਸ ਸੰਗਤ ਦੇ ਵਿੱਚ ਸਿਫਤ ਸਲਾਹ ਹੋ ਰਹੀ ਹੈ, ਉੱਥੇ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ ਸੰਗਤ। ਤੁਸੀਂ ਸੰਗਤ ਵਿੱਚ ਬੈਠੇ ਹੋ, ਸੰਗਤ ਵਿੱਚ ਬੈਠਣਾ ਬੜੀ ਵੱਡੀ ਗੱਲ ਹੈ। ਵੱਡਿਆਂ ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਹੈ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਜਿਹੜਾ ਵੱਡਿਆਂ ਭਾਗਾਂ ਵਾਲਾ, ਉਸ ਨੂੰ ਸੰਗਤ ਪ੍ਰਾਪਤ ਹੁੰਦੀ ਹੈ। ਤੁਸੀਂ ਸਾਰੇ ਵੱਡੇ ਭਾਗਾਂ ਵਾਲੇ ਹੋ ਕਿ ਸੰਗਤ ਦੇ ਵਿੱਚ ਬੈਠੇ ਹੋ, ਗੁਰੂ ਦੀ ਬਾਣੀ ਦੇ ਨਾਲ, ਬਾਣੀ ਦੇ ਵਿਚਾਰ ਨਾਲ ਸਾਂਝ ਪਾ ਰਹੇ ਹੋ। ਪਾਤਸ਼ਾਹ ਕਹਿੰਦੇ ਨੇ ਉੱਥੇ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਿਲਦਾ ਹੈ, ਉਹ ਪਰਮਾਤਮਾ ਦੇ ਗੁਣਾਂ ਦੇ ਨਾਲ ਸਾਂਝ ਬਣਦੀ ਹੈ। ਤੇ ਉੱਥੇ ਕੀ ਲਿਖਦੇ ਨੇ ਪਾਤਸ਼ਾਹ ਅੱਗੇ, ਅਨਭਉ ਨਗਰ ਤਹਾਂ ਸਦ ਵਸੈ। ਉੱਥੇ ਇੱਕ ਐਸਾ ਨਗਰ ਵਸਿਆ ਹੈ, ਅਨਭਉ ਭਾਵ ਜਿੱਥੇ ਡਰ ਨਹੀਂ ਹੈ, ਉਸ ਅਵਸਥਾ ਵਿੱਚ ਡਰ ਨਹੀਂ ਹੈ। ਅਸੀਂ ਹਮੇਸ਼ਾ ਡਰ ਵਿੱਚ ਹੀ ਰਹੇ ਹਾਂ, ਸਾਨੂੰ ਕਿਸੇ ਨਾ ਕਿਸੇ ਚੀਜ਼ ਦਾ ਡਰ ਲੱਗਿਆ ਰਹਿੰਦਾ ਹੈ। ਜਨਮ ਤੋਂ ਲੈ ਕੇ ਅਖੀਰ ਤੱਕ ਸਾਡਾ ਜੀਵਨ ਡਰ ਵਿੱਚ ਹੀ ਨਿਕਲਦਾ ਪਿਆ। ਅਸੀਂ ਡਰ ਵਿੱਚ ਹੀ ਹਾਂ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਹਰ ਵਿਅਕਤੀ ਡਰ ਵਿੱਚ ਹੈ। ਪਰ ਪਾਤਸ਼ਾਹ ਕਹਿੰਦੇ ਨੇ ਉਹ ਅਵਸਥਾ, ਉਸ ਅਵਸਥਾ ਦਾ ਨਾਮ ਪਾਤਸ਼ਾਹ ਕਹਿੰਦੇ ਅਨਭਉ ਨਗਰ ਤਹਾਂ ਸਦ ਵਸੈ, ਜਿੱਥੇ ਡਰ ਨਹੀਂ ਹੈ। ਜਦੋਂ ਆਪਾਂ ਭਗਤ ਰਵਿਦਾਸ ਜੀ ਨੂੰ ਪੜ੍ਹਦੇ ਹਾਂ, ਭਗਤ ਰਵਿਦਾਸ ਜੀ ਵੀ ਕਹਿੰਦੇ ਨੇ ਬੇਗਮ ਪੁਰਾ ਸ਼ਹਿਰ ਕੋ ਨਾਉ, ਕਿ ਉਹ ਸ਼ਹਿਰ ਜਿੱਥੇ ਗਮ ਨਹੀਂ ਹੈ। ਇੱਥੇ ਪਾਤਸ਼ਾਹ ਕਹਿੰਦੇ ਇੱਥੇ ਡਰ ਨਹੀਂ ਹੈ, ਉੱਥੇ ਡਰ ਨਹੀਂ ਹੈ। ਹੁਣ ਆਪਾਂ ਭਗਤ ਸਾਹਿਬਾਨ ਦੀ ਬਾਣੀ ਪੜ੍ਹ ਲਈਏ, ਗੁਰੂ ਸਾਹਿਬਾਨ ਦੀ ਬਾਣੀ ਪੜ੍ਹ ਲਈਏ, ਸਾਨੂੰ ਸਿਧਾਂਤ ਇੱਕੋ ਹੀ ਮਿਲਦੇ ਨੇ। ਇੱਥੇ ਪਾਤਸ਼ਾਹ ਕਹਿੰਦੇ ਨੇ ਅਨਭਉ ਨਗਰ
ताहां सद वसै। वो एक ऐसा नगर है जिथे किसी किस्म का कोई डर नहीं पहुंच सकता, कोई डर नहीं है। अगे पातशाह कह रहे ने, तैं भाओ परमा सोग ना चिंता, आमन जामन मिरत ना होता, तह सदा आनंद अनहत आखारे, भगत वसै कीर्तन आधारे। उस उच्ची आत्मक अवस्था विच कोई डर भाओ परम सोग ना चिंता, कोई डर कोई गम कोई भरम कोई चिंता नहीं व्यापती, किसी किस्म के भरम विच नहीं आउंदा मनुख। अज असीं बड़े सारे भरमां विच आ, डर करके भरम पैदा हुंदे ने। जे डर है तो यह काम कर लो, यह वाले दिन यह वाला काम कर लो, तो वह आपां कह देना भी ठीक हो जाएगा काम। यह वाले दिन नूं कुछ वधिया समझ लिया, यह वाले दिन नूं घटिया समझ लिया। असीं इन्हां भरमां विच फस जांदे हां, असीं इन्हां भरमां च फस जांदे हां कि यह वाले दिन यह नहीं खाना, यह वाले दिन यह नहीं पाना, यह वाले दिन यह काम नहीं करना। असीं अजिहियां चीज़ां विच फस जांदे हां। ये भरम ने, ते भरम पैदा हुंदे ने डर तो। डर करके भरम पैदा हुंदे ने। जे मैं यह काम ना कीता तो यह कुछ हो जाएगा, जे काम मैं यह वाला कर लिया तो यह ठीक हो जाएगा। असीं इन्हां भरमां च फसे हाँ। पातशाह कहंदे ने वो जिहड़ी आत्मक अवस्था है, उस आत्मक अवस्था विच कोई डर नहीं है, कोई भरम नहीं है, कोई सोग नहीं है, कोई चिंता नहीं है, कोई गम नहीं है, कुछ भी नहीं है। उत्थे उत्थे की है, आवन जावन मिरत ना होता। उत्थे जन्म मरण का गेड़ भी नहीं रहिंदा। हुण जन्म मरण का गेड़ की है? ये जिहड़ा मनुखा जन्म सानू मिलिया है, इस जन्म मरण के गेड़ तो मुक्त होने लई मिलिया है। 84 लाख जूना आपां हुणे जिक्र कर रहे सी। ये मनुखा जन्म इसे वास्ते मिलिया है कि इस जन्म दे विच असीं उस परमात्मा नाल सांझ पाणी है, परमात्मा नाल सांझ पाणी है, परमात्मा नाल मिलाप करना है। ते परमात्मा नाल मिलाप करन वास्ते केवल ते केवल मनुखा जन्म है, होर किसी जन्म विच नहीं हो सकता। आपां रोज शाम नूं रहरास साहब दी बाणी च पढ़दे हां, भई प्राप्त मानुख दे हुरिया, गोबिंद मिलन की ये तेरी बरिया। परमात्मा दे नाल सांझ पाण वास्ते मनुखा दे मिली है, गोबिंद नाल मिलन दे लई तेरी वारी है। ते इहदे वास्ते करना की है? पातशाह कहते हैं, अवर काज तेरे किते ना काम। जेड़े तू काम धर्म दे समझ के कर रहा ना, तू वर्त रखी जाना है, तू बड़े सारे ऐसे होर काम करी जाना है, तू दिन नूं चंगा समझी जाना है, माड़ा समझी जाना है, ये किते भी लेखे विच नहीं आउणे। अवर काज तेरे किते ना काम, मिल साध संगत भज केवल ना। संगत विच मिल बैठना है। संगत की गल आपां हुणे कर रहे हैं। पातशाह ने बड़ी वडियाई कीती है संगत की। संगत विच बैठ के मिल के सांझ पाउणी है, गुरु दे नाल सांझ पाणी है, परमात्मा दे गुणां दे नाल सांझ पाउणी है। ते पातशाह कह रहे हैं कि जन्म आमन जान मिरत ना होता। इत्थे आउण जाना ते जिहड़ी मौत है, आत्मक मौत है, जिहड़ी शरीर की मौत तो सब नूं आनी आनी है, जिहड़ी आत्मक तौर पर मनुख नहीं मरदा। ये जन्म मरण का गेड़ खत्म हो जाता है जदों मनुख परमात्मा नाल सांझ पा लैंदा है, ते ये मुक्ति हो जाती है, मनुख मुक्त हो जाता है। हुण मुक्ति का भी एक जिहड़ा सिद्धांत है, आम तौर पर जदों असीं सुणदे हैं पढ़दे हैं तो यह कहा जाता है कि मुक्ति जन्म दे विच नहीं, मौत तो बाद मिलती है। पर गुरमत का सिद्धांत इसनूं प्रवान नहीं करता। गुरमत का सिद्धांत कहता कि जींदियां जी मुक्ति होनी चाहिए है। प्रभ की आज्ञा आत्म हितावै, जीवन मुक्त सौ कहावै। वो जींदियां जी मुक्त है जिसने परमात्मा दे हुक्म नूं, परमात्मा की आज्ञा नूं मन लिया, जिहड़ा परमात्मा दे नाल जिसने मिलाप पा लिया, वो जींदियां जी मुक्त है। पातशाह कहंदे जन्म मरण का गेड़ नहीं हुंदा, आत्मक तौर पर मौत नहीं हुंदी, तह सदा आनंद अनहत आखारे। उथे सदा एक रस आत्मक आनंद मानो अखाड़े लगे रहंदे ने, अखाड़े लगे रहंदे ने। भगत वसै कीर्तन आधारे, उथे भगत जन परमात्मा की सिफत सलाह दे आसरे वसदे ने। कीर्तन, कीर्तन का भाव परमात्मा की सिफत सलाह, कीरत करनी, कीरत प्रभ की गाओ मेरी रसना। परमात्मा की सिफत सलाह करनी, उसनूं कीर्तन कह दिता जाता है, कीर्ति कह दिता जाता है। तो पातशाह कहते हैं उथे परमात्मा की सिफत सलाह होंदी है। वो जिहड़े भगत जन ने वो परमात्मा की सिफत सलाह करते हैं संगत विच बैठ के। अखीरले पदे विच पातशाह कहते हैं पार ब्रह्म का अंत न पार, कौन करे ता का विचार, कहो नानक
जिस कृपा करै निश्चल थान साध संग तरੈ। जिस परमात्मा दी ये रचना रची हुई है उस परमात्मा दे गुणां दा अंत नहीं पै सकता। पार ब्रह्म का अंत न पार। आप रोज जपजी साहिब पढ़ते हैं, अंत न सिफती कहण ना अंत, अंत न करना देण ना अंत। उस परमात्मा दियां सिफतां दा अंत नहीं पाया जा सकता। बड़ियां ने यतन किया, बड़ियां ने यतन किया उस अंत नूं पाण दा। अंत कारण केते बिल लाहे ताका अंत ना पाया, अंत नहीं पाया जा सकता। वो परमात्मा बेअंत है, ਉਹਦਾ अंत नहीं पाया जा सकता। इत्थे भी पंचम पातशाह सानू ये गल समझा रहे ने, पार ब्रह्म का अंत ना पार, ਉਹਦਾ अंत नहीं पाया जा सकता। कौन करे ता का विचार, कोई ऐसा मनुख नहीं है जो उसके गुणा के अंत पाण की विचार कर सके। ਉਹਦੇ गुणा की सांझ पा सकते हैं, ਉਹਦੇ नाल सांझ पा के उस दे विच समा सकते हैं, पर उसका अंत पाण का यतन कभी कामयाब नहीं हो सकता। ਉਹਦਾ अंत पाण का यतन कामयाब नहीं हो सकता। कोई इसकी विचार नहीं कर सकता कि मैं उस परमात्मा के गुणा का अंत पा लिया। पातशाह कहते ने, कहो नानक जिस कृपा करे, जिस उत्ते परमात्मा कृपा करता है, जिस उत्ते परमात्मा बख्शिश करता है, नेचल स्थान साध संग तरੈ। वो साध संगत विच रह के इस संसार समुद्र तो पार लंघ जाता है। यह साध संगत की वडियाई है कि संगत विच रह के जिसने परमात्मा के गुणा नाल सांझ पाई उसका जीवन सफल हो गया। धन गुरु नानक साहब महाराज जी दे जदों आपां जीवन नूं पढ़दे हैं, पातशाह ने 4 उदासियां कीतियां। उदासियां तो बाद पातशाह ने 18 साल का समा करतारपुर साहब की धरती ते बतीत किया। हुण करतारपुर साहब की धरती ते पातशाह खेतीबाड़ी भी करते हैं। पातशाह का जो आप असूल सुनते हैं ना, पातशाह का आप गोल्डन रूल की गल करते हैं, किरत करो, नाम जपो, वंड छको। तो पातशाह ने आप भी किरत की है, नाम तो जपिया ही जपिया है, जपाया भी है। तो जो कुछ किरत की है उस किरत के विचों भी साडी मर्यादा है, दसवंध कढ़ के असीं वंडना है। तो जिहड़ा नाम जप के जो किते कोई प्राप्ति हुंदी है उसनूं भी वंडना है। हुण पातशाह उत्थे संगत भी करते हैं, रोजाना बहुत सारिया संगतां आउंदियां ने, पातशाह के विचारां नूं सरवण करदियां ने। पातशाह उत्थे रोजाना सत्संग भी करते हैं, जिथे खेतीबाड़ी किरत कर रहे हैं उत्थे सत्संग भी कर रहे हैं। रोजाना सत्संग विच जाण वाला एक व्यक्ति सत्संगत विच जा रहा है, तो रस्ते विच उहनूं एक व्यक्ति मिलदा है ऐसा जिन्होंने उन्हें कदे संगत च नहीं वेखिया। कहंदा तुसीं कदे संगत विच नहीं जांदे? ते वो बंदा जिहड़ा संगत विच नहीं जांदा वो कहंदा जी संगत विच जाना तां वेलियां दा काम है। अज ये विचार सानू अज भी किते भी सुणन नूं मिल जांदे ने। तां ही शायद साडे गुरुद्वारा साहिबान विच बजुर्गां दी गिणती ज़्यादा हुंदी है कि नौजवान आपदे आप नूं वेला नहीं समझदा। वो कहंदा मैनूं बड़े काम ने, वो कहंदा संगत विच जाना तां वेलड़ां दा काम है। वो कहंदा अज एक दिन चल तां सही, उत्थे जाके तैनूं पता लगेगा। चला गया, ਉਹਦੇ आखे लग के चला गया। देखो ਉਹਦੇ किड्डे ਵੱਡੇ भाग। पातशाह कहते ने, कहो नानक जिस कृपा करे, जिहदे उत्ते कृपा कर देवे ਉਹਦੇ ਵੱਡੇ भाग कि ਉਹਦੇ ਇਹਨਾਂ ਵਿਚਾਰਾਂ ਨੂੰ उस मनुख ने ਜਿਹੜਾ नाल लैके गया सतसंगी जन ਜਿਹੜਾ है ਉਹਨੇ ਉਹਦੇ ਇਹਨਾਂ ਵਿਚਾਰਿਆਂ ਨੂੰ गुरु नानक साहब तक पहुँचा दिता कि अज एक नवा व्यक्ति आया है तो ये संगत बारे ये विचार ने, ये समझदा कि सतसंग में जाना वेलड़ा का काम है। ਉਹਦੇ ਵੱਡੇ भाग पातशाह ने पहले दिन ਨੂੰ उस अपने कोल बुला लिया। अपने कोल जो पहले दिन बुलाया तो उसनों पुछदे ने कि पुरखा यह सतसंगी जन तैनूं किदां दे लगदे ने? हुण देखो जिस व्यक्ति का जिद्दां दा सुभाव हुंदा है ना, उस तरह के बचन उहदे मूँह चों निकलदे ने, उस तरह के बोल उहदे मूँह चों निकलदे ने। वो कहंदा है महाराज ये तो सारे आवारा पशुओं वर्गे ने, जिहदे खेत में जाणगे उहदी खेती खराब कर देणगे। हुण इत्थों असीं ये गल समझने कि उहदा सुभाव अजे पशुपुणे वाला है, उन्होंने पता ही नहीं है की बोलना है, कित्थे बोलना है। पर इस तो भी अगे एक होर गल समझनी है कि पातशाह ने उहदी इस गल का कोई गुस्सा नहीं किया। अज जे कोई इदां दी गल कर देवे ना साडे किसी दे सामने तो असीं उहनूं पता नहीं की कर देंगे। पातशाह कहंदे ने, मुस्कुरा के कहंदे ने, पुरखा 5-7 दिन टिक। 5-7 दिन लंघ गए, टिक गया, संगत विच बैठा। पातशाह ने फिर बुलाया, 5-7 दिन बाद फिर वही सवाल पूछया।
ਪੁਰਖਾ ਅੱਜ ਸਤ ਸੰਗੀ ਜਨ ਤੈਨੂੰ ਕੈਸੇ ਲੱਗਦੇ ਪਏ ਨੇ? ਕਹਿੰਦਾ ਮਹਾਰਾਜ ਬੜੇ ਚੰਗੇ ਮਨੁੱਖ ਨੇ। ਜਿਹੜੇ ਪਸ਼ੂ ਨਜ਼ਰ ਆ ਰਹੇ ਸੀ ਉਹ ਮਨੁੱਖ ਨਜ਼ਰ ਆਣੇ ਸ਼ੁਰੂ ਹੋ ਗਏ ਨੇ। ਭਾਵ ਪਸ਼ੂ ਪੁਣੇ ਵਾਲਾ ਜਿਹੜਾ ਸੁਭਾਅ ਹੈ ਉਹ ਮਨੁੱਖਾਂ ਵਾਲਾ ਸੁਭਾਅ ਬਣ ਗਿਆ। ਪਾਤਸ਼ਾਹ ਫਿਰ ਕਹਿੰਦੇ ਨੇ ਪੁਰਖਾ 5-7 ਦਿਨ ਹੋਰ ਟਿਕ। 5-7 ਦਿਨ ਹੋਰ ਲੰਘ ਗਏ, ਫਿਰ ਬੁਲਾਇਆ, ਫਿਰ ਉਹੀ ਸਵਾਲ ਪੁੱਛਿਆ, ਪੁਰਖਾ ਅੱਜ ਸਤ ਸੰਗੀ ਜਨ ਤੈਨੂੰ ਕੈਸੇ ਲੱਗਦੇ ਪਏ ਨੇ? ਕਹਿੰਦਾ ਮਹਾਰਾਜ ਸਾਰੇ ਦੇਵਤਿਆਂ ਦਾ ਰੂਪ ਨੇ। ਸੁਭਾਅ ਦੇ ਵਿੱਚ ਹੋਰ ਚੰਗਿਆਈ ਆ ਗਈ ਹੈ, ਇੱਕ ਗੁਣ ਹੋਰ ਪੈਦਾ ਹੋ ਗਿਆ। ਉਹਦਾ ਜਿਹੜਾ ਸੁਭਾਅ ਪਸ਼ੂ ਪੁਣੇ ਤੋਂ ਮਨੁੱਖਾਂ ਵਾਲਾ ਸੀ, ਹੁਣ ਉਹਦਾ ਸੁਭਾਅ ਦੇਵਤਿਆਂ ਵਾਲਾ ਬਣ ਗਿਆ। ਕਹਿੰਦਾ ਮਹਾਰਾਜ ਸਾਰੇ ਦੇਵਤਾ ਸਰੂਪ ਨੇ, ਦੇਵਤੇ ਲੱਗਦੇ ਪਏ ਨੇ। ਪਾਤਸ਼ਾਹ ਕਹਿੰਦੇ ਨੇ ਪੁਰਖਾ 5-7 ਦਿਨ ਹੋਰ ਟਿਕ। ਫਿਰ ਬੁਲਾਇਆ, ਫਿਰ ਉਹੀ ਸਵਾਲ ਪੁੱਛਿਆ, ਅੱਜ ਸਤ ਸੰਗੀ ਜਨ ਤੈਨੂੰ ਕੈਸੇ ਲੱਗਦੇ ਪਏ ਨੇ? ਕਹਿੰਦਾ ਮਹਾਰਾਜ ਸਾਰੇ ਹੀ ਪਰਮਾਤਮਾ ਦਾ ਰੂਪ ਨੇ, ਸਭ ਦੇ ਵਿੱਚ ਪਰਮਾਤਮਾ ਨਜ਼ਰ ਆ ਰਿਹਾ। ਹੁਣ ਇੱਥੇ ਆਪਾਂ ਗੱਲ ਸਮਝੀਏ ਕਿ ਉਹਦਾ ਸੁਭਾਅ ਜਦੋਂ ਸੰਗਤ ਵਿੱਚ ਨਹੀਂ ਸੀ ਆਇਆ, ਉਹਦਾ ਸੁਭਾਅ ਬਿਲਕੁਲ ਪਸ਼ੂਆਂ ਵਾਲਾ ਸੀ, ਉਹਦੀ ਬੋਲਚਾਲ ਬਿਲਕੁਲ ਭੈੜੀ ਸੀ, ਉਹਨੂੰ ਪਤਾ ਹੀ ਨਹੀਂ ਸੀ। ਪਰ ਜਿਵੇਂ ਜਿਵੇਂ ਸੰਗਤ ਵਿੱਚ ਆਈ ਗਿਆ, ਬੈਠ ਰਿਹਾ ਸੰਗਤ ਵਿੱਚ, ਗੁਣ ਅੰਦਰ ਵੱਧਦੇ ਜਾ ਰਹੇ ਨੇ, ਗੁਣ ਨੂੰ ਧਾਰਨ ਕਰਦਾ ਜਾ ਰਿਹਾ ਹੈ, ਉਵੇਂ ਉਵੇਂ ਉਹਦੇ ਸੁਭਾਅ ਦੇ ਵਿੱਚ ਉਹ ਗੁਣ ਸ਼ਾਮਲ ਹੁੰਦੇ ਜਾ ਰਹੇ ਨੇ। ਉਹਦੀ ਬੋਲ ਚਾਲ ਬਦਲਦੀ ਜਾ ਰਹੀ ਹੈ, ਉਹਦਾ ਗੱਲ ਕਰਨ ਦਾ ਅੰਦਾਜ਼ ਬਦਲਦਾ ਜਾ ਰਿਹਾ ਹੈ। ਉਹ ਜਿਹੜਾ ਪਸ਼ੂ ਪੁਣੇ ਵਾਲਾ ਸੁਭਾਅ ਸੀ ਉਹ ਮਨੁੱਖਾਂ ਵਾਲਾ ਬਣ ਗਿਆ, ਮਨੁੱਖਾਂ ਤੋਂ ਬਾਅਦ ਦੇਵਤਿਆਂ ਵਾਲਾ ਬਣ ਗਿਆ। ਤੇ ਇੱਕ ਐਸਾ ਸਮਾਂ ਹੈ ਕਿ ਉਹਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਨਜ਼ਰ ਆ ਰਿਹਾ। ਸਭ ਮੈਂ ਜੋਤ, ਜੋਤ ਹੈ ਸੋਏ। ਆਪਾਂ ਰੋਜ਼ ਸ਼ਾਮ ਨੂੰ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਗੱਲ ਪੜ੍ਹਦੇ ਹਾਂ, ਪਰ ਸਾਨੂੰ ਸਭ ਵਿੱਚ ਨਜ਼ਰ ਨਹੀਂ ਆਉਂਦਾ, ਕਿਉਂਕਿ ਅਜੇ ਕਿਤੇ ਅਸੀਂ ਉਹਨਾਂ ਗੁਣਾਂ ਨੂੰ ਧਾਰਨ ਨਹੀਂ ਕੀਤਾ। ਪਾਤਸ਼ਾਹ ਕਹਿੰਦੇ ਨੇ ਸੰਗਤ ਵਿੱਚ ਬੜੀ ਕਿਰਪਾ, ਸੰਗਤ ਦੇ ਵਿੱਚ ਉਤਮ ਸੰਗਤ ਉਤਮ ਹੋਵੈ, ਗੁਣ ਕੋ ਧਾਵੈ, ਅਵਗੁਣ ਧੋਵੈ। ਜਿਹੜੀ ਉਤਮ ਸੰਗਤ ਹੁੰਦੀ ਹੈ ਉਸ ਦੇ ਨਾਲ ਮਿਲ ਬੈਠਣਾ ਤੇ ਉਹਦੇ ਨਾਲ ਮਿਲ ਬੈਠ ਕੇ ਗੁਣਾਂ ਨੂੰ ਪਕੜਨਾ, ਗੁਣਾਂ ਨੂੰ ਧਾਣਾ। ਧਾਵੇ ਦਾ ਮਤਲਬ ਹੁੰਦਾ ਪਕੜਨਾ, ਉਹਨੂੰ ਪਕੜ ਲੈਣਾ, ਆਪਣੇ ਅੰਦਰ ਵਸਾਣੇ ਨੇ ਉਹ ਗੁਣ। ਅਵਗੁਣ ਧੋਵੈ, ਅਵਗੁਣਾਂ ਨੂੰ ਧੋ ਕੇ ਕੱਢ ਦੇਣਾ। ਜਿਵੇਂ ਮਾਤਾਵਾਂ ਭੈਣਾਂ ਕੱਪੜੇ ਧੋਣ ਲੱਗਿਆਂ ਮੈਲ ਨੂੰ ਧੋ ਕੇ ਬਾਹਰ ਕੱਢ ਦਿੰਦੀਆਂ ਨੇ, ਇਸੇ ਤਰ੍ਹਾਂ ਔਗਣਾਂ ਨੂੰ ਸਰੀਰ ਵਿੱਚੋਂ ਬਾਹਰ ਕੱਢ ਦੇਣਾ ਤੇ ਗੁਣਾਂ ਨੂੰ ਧਾਰਨ ਕਰਨਾ। ਜਿਵੇਂ ਜਿਵੇਂ ਇੱਕ ਇੱਕ ਗੁਣ ਅੰਦਰ ਵਸਦਾ ਜਾਏਗਾ, ਉਵੇਂ ਉਵੇਂ ਔਗਣਾਂ ਦਾ ਖਾਤਮਾ ਹੁੰਦਾ ਜਾਏਗਾ। ਸੱਚ ਬੋਲਣਾ ਸ਼ੁਰੂ ਕਰ ਦਿਆਂਗੇ, ਝੂਠ ਬੋਲਣ ਵਾਲੇ ਔਗਣ ਦਾ ਆਪਣੇ ਆਪ ਖਾਤਮਾ ਹੋ ਜਾਏਗਾ। ਇਸੇ ਤਰ੍ਹਾਂ ਲਾਲਚ ਛੱਡ ਦਿਆਂਗੇ ਤੇ ਸਬਰ ਆਣਾ ਸ਼ੁਰੂ ਹੋ ਜਾਏਗਾ। ਇੱਕ ਗੁਣ ਨੂੰ ਅਪਣਾਉਂਦੇ ਰਵਾਂਗੇ ਤੇ ਔਗਣ ਆਪਣੇ ਆਪ ਘਟਦਾ ਰਹੇਗਾ। ਸੋ ਗੁਰੂ ਸਾਹਿਬ ਸਾਨੂੰ ਇਹ ਗੱਲ ਸਮਝਾ ਰਹੇ ਨੇ ਇਸ ਸ਼ਬਦ ਦੇ ਵਿੱਚ। ਪਾਤਸ਼ਾਹ ਕਹਿੰਦੇ ਨੇ ਕਹੋ ਨਾਨਕ ਜਿਸ ਕਿਰਪਾ ਕਰੇ। ਜਿਸ ਦੇ ਉੱਪਰ ਪਰਮਾਤਮਾ ਕਿਰਪਾ ਕਰਦਾ ਹੈ ਉਸ ਦੀ ਕਿਰਪਾ ਦੇ ਪਾਤਰ ਬਣਨਾ ਹੈ, ਉਸ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣਨਾ ਹੈ। ਤੇ ਪਾਤਸ਼ਾਹ ਕਹਿੰਦੇ ਨੇ ਉਸ ਨੂੰ ਫਿਰ ਕੀ ਹੈ, ਨੇਚਲ ਥਾਨ ਸਾਧ ਸੰਗ ਤਰੈ। ਉਹਨੂੰ ਨੇਚਲ, ਉਹ ਥਾਂ ਜਿਹੜਾ ਰਹਾਉ ਵਾਲੇ ਪਦੇ ਵਿੱਚ ਪਾਤਸ਼ਾਹ ਪੁੱਛ ਰਹੇ ਨੇ ਕਿ ਉਹ ਥਾਂ ਕਿਹੜਾ ਹੈ ਜਿਹੜਾ ਕਦੇ ਨਾਸ ਨਹੀਂ ਹੋ ਸਕਦਾ। ਪਾਤਸ਼ਾਹ ਕਹਿੰਦੇ ਨੇ ਨੇਚਲ ਥਾਂ, ਉਸ ਥਾਂ ਹੈ ਸਾਧ ਸੰਗਤ। ਨੇਚਲ ਥਾਨ ਸਾਧ ਸੰਗ ਤਰੈ, ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਸਾਧ ਸੰਗਤ ਵਿੱਚ ਰਹਿ ਕੇ ਉਹ ਮਨੁੱਖ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਅੱਜ ਅਸੀਂ ਇਸ ਸ਼ਬਦ ਦੇ ਵਿਚਾਰ ਦੇ ਨਾਲ ਸਾਂਝ ਪਾਈ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਤੇ ਵੀ ਇਹ ਕਿਰਪਾ ਹੋ ਜਾਵੇ ਜਿਵੇਂ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਉੱਤੇ ਉਹ ਕਿਰਪਾ ਕਰਦਾ ਹੈ। ਇਹੀ ਅਰਦਾਸ ਬੇਨਤੀ ਜੋਦੜੀ ਅਸੀਂ ਅੱਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰਕੇ ਜਾਈਏ ਕਿ ਸੱਚੇ ਪਾਤਸ਼ਾਹ ਸਾਨੂੰ ਵੀ ਅਜਿਹੀ ਸੰਗਤ ਬਖਸ਼ਣ, ਸਾਡੇ ਤੇ ਵੀ ਕਿਰਪਾ ਕਰਨ, ਅਸੀਂ ਵੀ ਗੁਰੂ ਦੇ ਨਾਲ ਸਾਂਝ ਨੂੰ ਬਣਾ ਸਕੀਏ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਸਕੀਏ। ਇਹੀ ਅਰਦਾਸ ਬੇਨਤੀ ਜੋਦੜੀ ਕਰਕੇ ਅਸੀਂ ਸਾਰਿਆਂ ਨੇ ਇੱਥੋਂ ਜਾਣਾ। ਸੱਚ ਜਾਣਿਓ, ਜਦੋਂ ਇਹ ਅਰਦਾਸ ਬੇਨਤੀ ਜੋਦੜੀ ਸਾਡੀ ਕਬੂਲ ਹੋ ਜਾਣਗੇ ਸਾਡੇ ਸਾਰਿਆਂ ਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏਗੀ ਜੀ। ਇਤਨੇ ਸ਼ਬਦ ਪ੍ਰਵਾਨ ਕਰਨਾ। ਬਹੁਤ ਬਹੁਤ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ, ਜਿਨ੍ਹਾਂ ਨੇ ਇਹ ਸਮਰੱਥਾ ਬਖਸ਼ੀ ਆਪ ਸੰਗਤਾਂ ਦੇ ਨਾਲ ਸ਼ਬਦ ਦੇ ਵਿਚਾਰ ਸਾਂਝੀ ਕਰਨ ਦਾ ਇਹ ਮੌਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲਿਆ। ਸਤਿਕਾਰਯੋਗ ਵੀਰ ਜਤਿੰਦਰਪਾਲ ਸਿੰਘ ਜੀ ਗੋਲਡੀ, ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬਾਨ
ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ, ਹੋਰ ਸਾਰੇ ਗ੍ਰੰਥੀ ਸਿੰਘਾਂ ਦਾ, ਸਾਰੇ ਸੇਵਾਦਾਰਾਂ ਦਾ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਇਹ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।